एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्णना साको, तू ठाकुर ऊच भगवाना। तुमरी महिमा वर्णना साको, तू ठाकुर ऊच भगवाना। सतनाम वाहिगुरु साहिब जियो। राग सूही महला पंजवा छंत। एक ओंकार सतगुर प्रसाद। मिठ बोलड़ा जी हर सज्जन सुआमी मोरा। हूँ सम्मल थकी जी ओ कदे ना बोलै कौरा। मिठ बोलड़ा जी हर सज्जन सुआमी मोरा। हूँ सम्मल थकी जी ओह कदे ना बोलै कौरा। कौड़ा बोल ना जाने पूरन भगवानै। अवगण को ना चितारे, पतित पावन हर बिरद सदाए। एक तिल नहीं भन्नै काले, खट खट वासी सर्ब निवासी। नेरै ही ते नेरा, नानक दास सदा शरणागत। हरे अमृत सज्जन मेरा। हूँ बिसम भई जी हर दर्शन देख अपारा। मेरा सुंदर स्वामी जी हूँ चरण कमल पग छारा। प्रभ पेखत जीवा ठंडी थीवा। तिस जेवड अवर ना कोई। आदि अंत मद प्रभ रव रहया। आद अंत मद प्रभ रवया। जल थल महियल सोई। चरण कमल जप सागर तरया। भव जल उतरे पारा। नानक शरण पूरन परमेश्वर। तेरा अंत न पारावारा। चरण कमल जप सागर तरया। भव जल उतरे पारा। नानक शरण पूरन परमेश्वर। तेरा अंत न पारावारा। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी अपर अपार बख्शिश शाम समय ਦਾ ਇਹ ਦੀਵਾਨ ਅਸੀਂ ਮਾਣ ਰਹੇ ਹਾਂ। No doubt due to COVID-19 situation, the new restrictions
have been imposed, so we have to follow them. ਉਹਦੇ ਅਕੋਰਡਿੰਗਲੀ ਕੁਛ ਚੀਜ਼ਾਂ ਹੁਣ ਤਬਦੀਲ ਹੋਈਆਂ ਨੇ। ਆਪ ਸਮੂਹ ਦੇ ਬਾਰੇ ਵਾਕਫੀਅਤ ਰੱਖਦੇ ਹੋ। ਗੁਰਦੁਆਰਾ ਸਾਹਿਬ ਦੇ ਦੀਵਾਨ ਰੈਗੂਲਰ ਤੌਰ 'ਤੇ ਚੱਲ ਰਹੇ ਨੇ। ਇੱਕ ਸਮੇਂ ਦੇ ਅੰਦਰ ਗੁਰਦੁਆਰਾ ਪ੍ਰੈਮਿਸਿਸ ਦੇ ਵਿੱਚ 10 ਜੀ ਮੌਜੂਦ ਹੋ ਸਕਦੇ ਨੇ। ਸੋ ਉਸ ਤਰੀਕੇ ਨਾਲ ਦੀਵਾਨ ਚੱਲ ਰਹੇ ਨੇ। ਸੰਗਤ ਦਾ ਸਾਡਾ ਜੋ ਮੋਸਟਲੀ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਸਾਡੀ ਗਲੋਬਲ ਵਰਚੁਅਲ ਸੰਗਤ ਡਿਵੈਲਪ ਹੋਈ ਹੈ, ਜਿਹਦੇ 'ਚ ਆਪ ਸੰਗਤਾਂ ਘਰਾਂ ਥਾਵਾਂ ਤੋਂ ਜਾਂ ਸੋਸ਼ਲ ਜੋ ਸੋਰਸਿਸ ਹੈਗੇ ਨੇ ਸੋਸ਼ਲ ਮੀਡੀਆ ਦੇ, ਉਹਨਾਂ ਦੇ ਜ਼ਰੀਏ ਆਪ ਸੰਗਤ ਮਾਣਦੇ ਹੋ। ਸੋ ਉਹਦੇ ਅਕੋਰਡਿੰਗਲੀ ਇਹ ਦੀਵਾਨ ਚੱਲ ਰਹੇ ਨੇ। ਅੱਜ ਦਾ ਦੀਵਾਨ ਵੀ ਲੈ ਕੇ ਆਪ ਜੀ ਦੇ ਸਮਕਸ਼ ਮੈਂ ਹਾਜ਼ਰ ਹਾਂ। ਜੋ ਗੁਰਬਾਣੀ ਵਿਆਖਿਆ ਹੈ, ਇਸ ਅੰਦਰ ਸੂਹੀ ਰਾਗ ਵਿਚਾਰ ਰਹੇ ਹਾਂ। ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਰਿਤ ਕੀਤਾ ਗਿਆ ਛੰਤ ਸਵਰੂਪ ਬਾਣੀ ਇਹ ਸਾਨੂੰ ਪ੍ਰਾਪਤ ਹੈ। ਬਚਨ ਆਪਨੇ ਜੋ ਸਰਵਨ ਕੀਤਾ ਇਹਦੇ ਸ਼ੁਰੂਆਤੀ 2 ਪਦੇ ਪੜ੍ਹੇ ਨੇ। ਬੀਤੇ ਕੱਲ ਵਿਚਾਰ ਦਾ ਆਗਾਜ਼ ਕੀਤਾ ਸੀ ਸ਼ਬਦ ਦੇ ਪਹਿਲੇ ਪਦੇ ਤੋਂ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ। ਪਰ ਕਿਉਂਕਿ ਬਾਵਿਸਥਾਰ ਇਹਦੇ ਜ਼ਿਕਰ ਆਪ ਦੇ 'ਚ ਸਮਾਂ ਲੱਗਾ ਸਾਡਾ, ਸੋ ਇਸ ਕਰਕੇ ਅਸੀਂ ਪਦਾ ਪੂਰਾ ਵਿਵੇਚਿਤ ਨਾ ਕਰ ਪਾਏ। ਅੱਜ ਯਤਨ ਹੋਏਗਾ ਇਸ ਸਮੁੱਚੇ ਪਦੇ ਨੂੰ, ਤੇ ਜੇ ਵਕਤ ਨੇ ਇਜਾਜ਼ਤ ਕੀਤੀ ਨੈਕਸਟ ਪਦੇ ਨੂੰ ਅਸੀਂ ਵਿਚਾਰਾਂਗੇ। ਬਚਨ ਦੀ ਵਿਆਖਿਆ ਸ਼ੁਰੂ ਕਰਦੇ ਹਾਂ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਬੀਤੇ ਕੱਲ ਵੈਸੇ ਤਾਂ ਬੜੀ ਡਿਟੇਲਡ ਡਿਸਕਸ਼ਨ ਹੋਈ ਸੀ। ਗੁਰੂ ਮਹਾਰਾਜ ਸਾਨੂੰ ਇੱਕ ਅਕੀਦਤ, ਇੱਕ ਵਿਸ਼ਵਾਸ, ਜਿਹਨੂੰ ਕਹਿ ਲਓ ਇੱਕ ਬਿਲੀਵ ਸਿਸਟਮ ਦੇ ਨਾਲ ਜੋੜਦੇ ਨੇ। ਤੇ ਉਹ ਬਿਲੀਵ ਸਿਸਟਮ ਕਿਸੇ ਮਤਲਬ ਉਸ ਕਿਸਮ ਦੇ ਰੂਪ ਵਿੱਚ ਨਹੀਂ ਗਾ ਜਿਹਦੇ 'ਚ ਰੈਸ਼ਨਲ ਥਿੰਕਿੰਗ ਨਾ ਆ ਸਕੇ, ਜਿਹਦੇ 'ਚ ਕੋਈ ਚੀਜ਼ ਸੈਂਸ ਨਾ ਕਰੇ, ਜਿਹਦੇ 'ਚ ਕਾਮਨ ਸੈਂਸ ਨਾ ਹੋਏ। ਇਹ ਸਾਰੀਆਂ ਚੀਜ਼ਾਂ ਨੂੰ ਗੁਰੂ ਬਾਬਾ ਜੀ ਨੇ ਅੱਜ ਤੋਂ ਕੋਈ 500 ਸਾਲ ਪਹਿਲਾਂ ਕਹਿ ਲਵੋ, ਜਾਂ ਹੋਰ ਬਾਣੀਕਾਰ ਇਸ ਤੋਂ ਵੀ ਪਹਿਲੇ ਸਮੇਂ ਦੇ ਵਿੱਚ ਭਗਤ ਸਾਹਿਬਾਨ ਨੇ ਇਸ ਸਾਰੀ ਚੀਜ਼ ਨੂੰ ਸੁਰਤ ਵਿੱਚ ਰੱਖਦਿਆਂ, ਖਿਆਲ ਵਿੱਚ ਰੱਖਦਿਆਂ, ਜੋ ਅੰਦਰੋਂ ਝਰਨੇ ਫੁੱਟੇ ਉਸ ਆਤਮਕ ਅਵਸਥਾ ਦੇ ਵਿੱਚ, ਜਦੋਂ ਆਤਮ ਸਾਥ ਹੁੰਦੇ ਨੇ ਉਸ ਓਂਕਾਰ ਦੇ ਨਾਲ, ਵਨ ਫੋਰਸ ਵਿਚ ਇਜ਼ ਰਨਿੰਗ ਦਾ ਹੋਲ ਸ਼ੋ, ਇਹ ਸਾਰੀ ਕਾਇਨਾਤ ਦਾ। ਤੇ ਉਸ ਨਾਲ ਉਹਨਾਂ ਨੇ ਜੋ ਸੰਦੇਸ਼ ਉਪਜਾਏ, ਪ੍ਰਗਟ ਕੀਤੇ, ਉਹਦੇ ਜ਼ਰੀਏ ਸਾਨੂੰ ਉਹ ਵਿਸ਼ਵਾਸ ਦਾ ਇੱਕ ਬਿਲੀਵ ਸਿਸਟਮ ਸਾਨੂੰ ਪ੍ਰੋਵਾਈਡ ਕਰਵਾਇਆ। ਉਹ 'ਚ ਦੱਸਿਆ ਗਿਆ ਕਿ ਸਾਡਾ ਸਾਰਿਆਂ ਦਾ ਰਾਖਾ ਪਰਿਪੂਰਨ ਆਪ ਹੈ। ਅਸਾਂ ਸਭ ਨੇ ਉਹਦੇ ਨਾਲ ਸਾਂਝ ਬਣਾਉਣੀ ਹੈ। ਮਨੁੱਖ ਦੇ ਜੀਵਨ ਦਾ ਜੋ ਅਲਟੀਮੇਟ ਏਮ ਜਾਂ ਗੋਲ ਆ, ਆਪਾਂ ਰੋਜ਼ ਰਹਿਰਾਸ ਦੀ ਬਾਣੀ 'ਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਅਲਟੀਮੇਟ ਗੋਲ ਹੈ। ਗੋਬਿੰਦ ਦੇ ਨਾਲ ਆਤਮ ਸਾਥ ਹੋਣਾ ਆ। ਜਾਂ ਜਪਜੀ ਸਾਹਿਬ ਦੀ ਸ਼ੁਰੂਆਤ 'ਚ ਪੜ੍ਹ ਲਈਏ, ਸਾਡੀ ਜ਼ਿੰਦਗੀ ਦਾ ਸਵਾਲ ਇਹੋ ਹੀ ਹੈ ਜਿਹਨੂੰ ਅਸੀਂ ਹੱਲ ਕਰਨਾ ਹੈ, ਕਿਵ ਸਚਿਆਰਾ ਹੋਈ ਹੈ। ਅਸੀਂ ਸਚਿਆਰ ਕਿਵੇਂ ਹੋਣਾ ਹੈ? ਅਸੀਂ ਉਸ ਜੋ ਇੰਟੀਗ੍ਰਿਟੀ ਹੈ, ਜੋ ਟਰੂਥਫੁਲਨੈਸ ਹੈ ਜੀਵਨ ਦੀ, ਜੋ ਸੱਚ ਦੇ ਨਾਲ ਆਤਮ ਸਾਥ ਹੋਣ ਵਾਲੀ ਬਾਤ ਹੈ, ਉਹਦੇ ਵਿੱਚ ਅਸੀਂ ਕਿਵੇਂ ਆਪਣੇ ਆਪ ਨੂੰ ਲੈ ਕੇ ਜਾਣਾ ਹੈ। ਉਸ ਸਾਰੇ ਲਈ ਗੁਰੂ ਬਾਬਾ ਜੀ ਨੇ ਫਿਰ ਸਾਨੂੰ ਤਰੀਕੇਕਾਰਤਾ, ਮੈਥਡੋਲੋਜੀ ਉਹ ਪ੍ਰੋਵਾਈਡ ਕਰਵਾਈ। ਉਹ ਮੈਥਡ ਸਾਡੇ ਜੀਵਨ ਦੀ ਰਹੋ ਰੀਤ ਨੂੰ, ਵੇ ਆਫ ਲਾਈਫ ਨੂੰ, ਰਹਿਣ ਸਹਿਣ ਨੂੰ, ਉਸ ਨੂੰ ਫਿਰ ਸ਼ੇਪ ਦਿੰਦਾ ਹੈ। ਜੈਸਾ ਰਹਿਣ ਸਹਿਣ ਹੋਏਗਾ, ਜੈਸਾ ਜੀਵਨ ਯਾਪਨ ਹੋਏਗਾ, ਉਸੇ ਤਰ੍ਹਾਂ ਦੇ ਸਿੱਟੇ, ਉਸੇ ਤਰ੍ਹਾਂ ਦੇ ਰਿਜ਼ਲਟਸ ਸਾਨੂੰ ਪ੍ਰਾਪਤ ਹੋਣਗੇ। ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਬੰਦਾ ਖਾ ਰਿਹਾ ਹੋਏ ਜ਼ਹਿਰਨੁਮਾ ਚੀਜ਼ਾਂ, ਮਾੜੀਆਂ ਚੀਜ਼ਾਂ, ਰੋਗ ਵਧਾਉਣ ਵਾਲੀਆਂ ਚੀਜ਼ਾਂ, ਤੇ ਫਿਰ ਰਿਜ਼ਲਟ ਇਸ ਗੱਲ ਦੀ ਤਵੱਕੋ ਕਰੇ ਕਿ ਮੈਨੂੰ ਨਾ
ਅਰੋਗਤਾ ਮਿਲੇ, ਮੇਰੀ ਸਿਹਤ ਠੀਕ ਰਹੇ, ਮੈਂ ਸਵਸਥ ਰਹਾਂ, ਮੇਰੀ ਹੈਲਥ ਜਿਹੜੀ ਹੈ ਉਹ ਨੌਬਰ 9 ਰਹੇ। ਕਿਵੇਂ ਹੋ ਸਕਦਾ ਆ? ਮਿਸਮੈਚ ਤੇ ਹੋ ਨਹੀਂ ਸਕਦਾ। ਮਦਰ ਨੇਚਰ ਦਾ ਲਾ ਇਸ ਕਿਸਮ ਦਾ ਆ। ਐਗਜ਼ੈਕਟਲੀ ਇਸੇ ਤਰੀਕੇ ਦੀ ਸੰਦੇਸ਼ ਨੂੰ ਬਾਬਾ ਫਰੀਦ ਜੀ ਨੇ ਆਪਣੇ ਬਚਨਾਂ 'ਚ ਪਾਇਆ ਜਦੋਂ ਇਹ ਕਿਹਾ, ਲੋੜ ਹੈ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ। ਕੈਸਾ ਭੋਲਾ ਕਿਸਾਨ ਹੈ, ਬੀਜ ਕਿੱਕਰਾਂ ਦੇ ਬੀਜਦਾ ਹੈ, ਖਾਣਾ ਅੰਗੂਰ ਚਾਹੁੰਦਾ ਆ, ਉਹ ਵੀ ਬਿਜੋਰ ਦੇਸ਼ ਦੀਆਂ ਦਾਖਾਂ, ਸਭ ਤੋਂ ਮਿੱਠੇ ਅੰਗੂਰ। ਕਿਵੇਂ ਪੋਸੀਬਲ ਆ? ਜਿਹੋ ਜਿਹਾ ਜੀਵਨ ਜੀਣ ਦਾ ਮੈਥਡ, ਤਰੀਕਾ, ਢੰਗ ਅਪਣਾਓਗੇ, ਅਲਟੀਮੇਟਲੀ ਸਿੱਟੇ ਤੇ ਉਵੇਂ ਦੇ ਨਿਕਲਣਗੇ। ਹੁਣ ਜੇ ਆਪਾਂ ਇਹ ਦੇਖਦੇ ਹਾਂ ਕਿ ਸਿੱਧੇ ਤੌਰ ਤੇ ਚੱਲਣ ਆ ਜਿਸ ਕਲਚਰ 'ਚ ਅੱਜ ਅਸੀਂ ਰਹਿ ਰਹੇ ਹਾਂ, ਵੀ ਆਰ ਨੋਨ ਬਿਲੀਵਰਸ, ਵੀ ਆਰ ਏਥੀਇਸਟ, we don't have any kind of religious or spiritual, ਚਲੋ ਸਪਿਰਿਚੁਅਲ ਨੂੰ ਥੋੜ੍ਹਾ ਜਿਹਾ ਲੋਕਾਂ ਨੇ ਕੱਢਿਆ ਨੇ, ਅਦਰਵਾਈਜ਼ ਰਿਲੀਜੀਅਸ ਐਸੋਸੀਏਸ਼ਨ ਲੋਕ ਕੱਢੀ ਜਾ ਰਹੇ ਨੇ ਵਿੱਚੋਂ। ਨਹੀਂ ਸਾਨੂੰ ਨਹੀਂ ਚਾਹੀਦੀ, ਲੋੜ ਨਹੀਂ ਹੈ ਇਸ ਕਿਸਮ ਦੇ ਨਾਲ। ਪਰ ਜੇ ਡੀਪ ਲੈਵਲ 'ਤੇ ਦੇਖੋਗੇ ਤੇ ਨੋ ਡਾਊਟ ਔਰਗੇਨਾਈਜ਼ ਰਿਲੀਜੀਅਸ ਔਰਗੇਨਾਈਜੇਸ਼ਨਸ ਦੇ ਵਿੱਚ ਕਲਟ ਹੈਗਾ, ਉਹਦੇ 'ਚ ਖਾਮੀਆਂ ਨੇ, ਕਮੀਆਂ ਨੇ। ਪਰ ਜਿਹੜੇ ਮਨੁੱਖਤਾ ਦੇ ਬੁਨਿਆਦੀ ਅਸੂਲ ਨੇ ਜਿਨ੍ਹਾਂ ਦੀ ਅਸੀਂ ਅਕਸਰ ਬਾਤ ਕਰਦੇ ਹਾਂ, ਜਿਹਦੇ 'ਚ ਕੰਪੈਸ਼ਨ ਹੈ, ਜਿਹਦੇ 'ਚ ਕਰੇਜ ਆ, ਜਿਹਦੇ 'ਚ ਵਿਜ਼ਡਮ ਆ, ਜਿਹਦੇ 'ਚ ਪੇਸ਼ੈਂਸ ਆ, ਜਿਹਦੇ 'ਚ ਹਿਊਮੈਨਿਟੀ ਦੀ ਉਹ ਹਰ ਚੀਜ਼ ਆ ਜਿਹਦੇ ਸਦਕਾ ਹਿਊਮਨ ਹੋ ਸਕਦਾ ਆ। ਬੰਦਾ ਕਹੇ ਮਸ਼ੀਨੀ ਯੁੱਗ ਆ ਗਿਆ ਤੇ ਆਪਾਂ ਨੂੰ ਲੋੜ ਹੀ ਨਹੀਂ ਹੈ। ਜਿਵੇਂ ਰੀਸੈਂਟਲੀ ਇੰਡੀਆ ਦੇ ਵਿੱਚ ਜਦੋਂ ਫਾਰਮਰ ਪ੍ਰੋਟੈਸਟ ਦੀ ਬਾਤ ਆਈ ਤੇ ਇੱਕ ਦਿਨ ਗੱਲ ਹੋ ਰਹੀ, ਲੋਕ ਕਹਿ ਰਹੇ ਸੀਗੇ ਜੀ ਜੇ 100 ਰੁਪਏ ਨੂੰ ਲੀਟਰ ਤੇਲ ਹੋ ਸਕਦਾ, ਦੁੱਧ ਕਿਉਂ ਨਹੀਂ ਹੋ ਸਕਦਾ? ਇਸ ਕਿਸਮ ਦੀ ਬਾਤ ਹੋਈ, ਬੜੀ ਇਹਦੀ ਚਰਚਾ ਹੋਈ ਸੋਸ਼ਲ ਮੀਡੀਆ ਤੇ ਹੋਰ ਜਗ੍ਹਾ ਦੇ ਉੱਤੇ। ਕਿਸੇ ਸ਼ਹਿਰੀ ਮਾਈ ਨੇ ਜੋ ਕਿ ਰੂਲਿੰਗ ਜਮਾਤ ਦੀ ਸਪੋਰਟਰ ਸੀਗੀ, ਉਹਨੇ ਕਿਹਾ ਹੂ ਕੇਅਰ, ਜੇ ਕਿਸਾਨ ਦੁੱਧ ਨਹੀਂ ਦੇਣਗੇ, ਸਾਨੂੰ ਦੋਧੀਆਂ ਤੋਂ ਦੁੱਧ ਪ੍ਰਾਪਤ ਨਹੀਂ ਹੋਏਗਾ ਤਾਂ ਆਪਾਂ ਨੂੰ ਕੋਈ ਕੇਅਰ ਨਹੀਂ ਹੈਗਾ, ਆਪਾਂ ਨਾ ਬਾਜ਼ਾਰ ਤੋਂ ਪੈਕਟ ਵਾਲਾ ਦੁੱਧ ਖਰੀਦ ਜਾਵਾਂਗੇ, ਲੋੜ ਹੀ ਨਹੀਂ ਹੈ। ਉਹਦੇ ਨੂੰ ਕੀ ਕਵਾਂਗੇ ਆਪਾਂ? ਇਸ ਨੂੰ ਅਸੀਂ ਕਹਿੰਦੇ ਹਾਂ ਕਿ ਇਲਿਟਰੇਸ਼ਨ, ਅਮੂੜਤਾ। ਬੰਦਾ ਸੋਚਦਾ ਆ ਮਸ਼ੀਨਾਂ ਆ ਗਈਆਂ ਨੇ, ਹੁਣ ਗੱਲ ਹੀ ਕੁਛ ਨਹੀਂ, ਹਰ ਚੀਜ਼ ਮਸ਼ੀਨਾਂ ਪੈਦਾ ਕਰ ਦਿੰਦੀਆਂ ਨੇ। ਆਪਾਂ ਕਿਸਾਨ ਤੋਂ ਕੀ ਕਰਾਉਣਾ ਆ? ਆਪਾਂ ਮਸ਼ੀਨ ਲਾ ਲਾਂਗੇ, ਮਸ਼ੀਨ ਆਟਾ ਪ੍ਰੋਡਿਊਸ ਕਰੀ ਜਾਏਗੀ। ਭਾਈ ਗੱਲ ਇਹ ਹੈ, ਅੱਖਾਂ ਖੋਲ੍ਹ ਕੇ ਦੇਖੀਏ, ਐਂਡ ਆਫ ਦਾ ਡੇ ਮਦਰ ਨੇਚਰ ਹੀ ਤੁਹਾਨੂੰ ਪ੍ਰੋਵਾਈਡ ਕਰੇਗੀ ਸਾਰਾ ਕੁਛ। ਉਹਦੇ ਵਾਲੇ ਪਾਸੇ ਜਾਣਾ ਪਏਗਾ ਤੁਹਾਨੂੰ। ਜੇ ਇਸ ਐਗਜ਼ਾਮਪਲ ਨੂੰ ਲੈ ਲਿਆ ਜਾਏ ਤੇ ਬੰਦੇ ਦੇ ਜੀਵਨ ਦੇ ਵਿੱਚ ਜਿਸ ਨੂੰ ਆਪਾਂ ਸੁੱਖ ਕਹਿੰਦੇ ਹਾਂ, ਜਿਸ ਨੂੰ ਅਸੀਂ ਸ਼ਾਂਤੀ ਕਹਿੰਦੇ ਹਾਂ, ਜਿਸ ਨੂੰ ਅਸੀਂ ਅੰਦਰ ਦੀ ਦੁਨੀਆ ਦਾ ਉਹ ਸੁਚੱਜੇ ਰੂਪ ਦੇ ਵਿੱਚ ਰਵਣ ਕਹਿੰਦੇ ਹਾਂ, ਮਤਲਬ ਜਿਹਨੂੰ ਕਹਿ ਲਓ ਕੰਪਲੀਟ ਮੈਂਟਲ ਹੈਲਥ, ਕੰਪਲੀਟ ਸਾਡੀ ਹੈਲਦੀ ਲਾਈਫ, ਉਹ ਕਿਸੇ ਰੂਟਸ 'ਤੇ ਖੜਦੀ ਹੈ। ਅਤੇ ਰੂਟਸ ਸਾਰੇ ਸਪਿਰਿਚੁਅਲ ਨੇ, ਉਹ ਗੁਣ ਨੇ। ਜ਼ਿੰਦਗੀ ਦੀ ਬਾਹਰ ਦੀ ਤਰੱਕੀ ਵੀ ਬਿਮਾਰ ਬੰਦੇ ਧਰਤੀ ਦੇ ਉੱਤੇ ਕੋਈ ਬਹੁਤ ਵੱਡਾ ਕਹਿ ਲਓ ਕਿ ਇਨੋਵੇਟਿਵ ਵਰਲਡ ਥੋੜ੍ਹਾ ਕ੍ਰੀਏਟ ਕਰ ਦੇਣਗੇ, ਜਿਹੜੇ ਮਾਨਸਿਕ ਰੂਪ ਵਿੱਚ ਬਿਮਾਰ ਨੇ, ਜਿਨ੍ਹਾਂ ਦੇ ਕੋਲ ਅੰਦਰ ਕੁਛ ਪੇਸ਼ੈਂਸ ਆ, ਕੁਛ ਕਰਨ ਦੀ ਐਬਿਲਿਟੀ ਹੈ, ਉਹੀ ਲੋਕ ਬਾਹਰ ਚੰਗਾ ਕਰ ਸਕਣਗੇ। ਅਤੇ ਕਈ ਵਾਰ ਇਹ ਵੀ ਹੁੰਦਾ ਆ, ਅਸੀਂ ਐਗਜ਼ਾਮਪਲ ਇਹ ਕਰਦੇ ਹਾਂ ਕਿ ਨੋ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਇਨੋਵੇਸ਼ਨਸ ਵਿੱਚ ਕੰਟਰੀਬਿਊਟ ਵੀ ਕਰ ਰਹੇ ਨੇ ਹੋਰ ਚੀਜ਼ਾਂ 'ਚ, ਮੋਸਟ ਆਫ ਆਰ ਦਾ ਏਥੀਇਸਟ। ਭਾਈ ਰੂਟਸ ਵਿੱਚ ਦੇਖਣਾ ਪਏਗਾ ਕਿੱਥੋਂ ਆ ਰਹੇ ਨੇ, ਫੈਮਿਲੀ ਬੈਕਗਰਾਊਂਡ ਕੀ ਸੀਗਾ। ਹੋ ਸਕਦਾ ਆ ਉਹਨਾਂ ਨੂੰ ਖੁਦ ਨੂੰ ਨਾ ਪਤਾ ਹੋਏ ਕਿਸ ਕਿਸਮ ਦੇ ਸਪਿਰਿਚੁਅਲ ਐਨਵਾਇਰਮੈਂਟ ਦੇ ਵਿੱਚ ਉਹਨਾਂ ਦੀ ਵਾਇਰਿੰਗ ਹੋਈ ਹੈ, ਕਿਹੋ ਜਿਹੇ ਸਪਿਰਿਚੁਅਲ ਐਨਵਾਇਰਮੈਂਟ ਦੇ ਪਿੱਛੋਂ ਪਰਿਵਾਰ ਨਿਕਲ ਕੇ ਆਏ ਨੇ, ਕਿਹੋ ਜਿਹੀ ਰਿਲੀਜੀਅਸ ਜਾਂ ਉਹ ਅਧਿਆਤਮਿਕ ਅੰਗੇਜਮੈਂਟ ਸੀਗੀ ਜਿਹਦੇ ਵਿੱਚੋਂ ਇਹੋ ਜਿਹੀ ਪਰਸਨੈਲਿਟੀ ਜਿਹੜੀ ਉਹ ਡਿਵੈਲਪ ਹੋ ਸਕੀ ਹੈ। ਸੋ ਇਹ ਸਭ ਚੀਜ਼ਾਂ ਨੂੰ ਤੁਸੀਂ ਜਦੋਂ ਧਿਆਨ ਮਾਰੋਗੇ ਫਿਰ ਪਤਾ ਲੱਗੇਗਾ, ਹਾਂ ਭਾਈ ਬੰਦੇ ਨੂੰ ਆਪਣੇ ਅੰਦਰ ਦੀ ਸੈਲਫ ਬੈਟਰਮੈਂਟ ਵਾਸਤੇ ਬਹੁਤ ਕੁਛ ਲੋੜੀਂਦਾ ਹੈ ਅਤੇ ਉਹਦੇ ਵਿੱਚ
ਰਿਲੀਜਨ, ਉਹਦੇ 'ਚ ਧਰਮ, ਉਹਦੇ 'ਚ ਸਪਿਰਿਚੁਅਲਿਟੀ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ। ਗੁਰੂ ਮਹਾਰਾਜ ਨੇ ਇਸ ਲੋੜ ਨੂੰ ਪੂਰਾ ਕੀਤਾ, ਪਰ ਇਹਦੇ ਨਾਲ ਇਹ ਵੀ ਪੋਸੀਬਿਲਿਟੀ ਹੈ ਕਿ ਬੰਦਾ ਧਰਮ ਦੇ ਰਸਤੇ 'ਤੇ ਤੁਰਦਾ ਹੋਇਆ ਭਰਮ ਦੀ ਦੁਨੀਆ 'ਚ ਚਲਾ ਜਾਏ। ਮਤਲਬ ਜਦੋਂ ਬਲੀਵ ਦੀ ਗੱਲ ਕਰਦੇ ਹਾਂ, ਬਲੀਵ ਇੱਕ ਪਾਸੇ ਤੋਂ ਹੈ ਜਿਹੜਾ ਬੰਦੇ ਦੇ ਵਿੱਚ ਜਿਹਨੂੰ ਅਸੀਂ ਗੱਲ ਕਰ ਰਹੇ ਸੀ ਕਿ ਇੰਟੀਗ੍ਰਿਟੀ, ਜਿਹੜੀ ਰਿਐਲਿਟੀ ਆ ਉਹਦੇ ਨੇੜੇ ਲੈ ਜੇ ਬੰਦੇ ਨੂੰ। ਪਰ ਇਹ ਵੀ ਹੈ, ਬਲੀਵ ਹੀ ਹੈ ਜਿਹੜਾ ਬੰਦੇ ਨੂੰ ਕਿਸੇ ਸੁਪਰਫਿਸ਼ੀਅਲ ਵਰਲਡ 'ਚ ਲੈ ਜਾਂਦਾ ਹੈ, ਸੁਪਰਸਟੀਸ਼ੀਅਸ ਸਕੂਲ ਆਫ ਥਾਟ ਨਾਲ ਜੋੜ ਦਿੰਦਾ ਹੈ, ਵਹਿਮਾਂ ਭਰਮਾਂ ਦੰਬਾਂ ਇਹਨਾਂ 'ਚ ਪੈ ਦਿੰਦਾ ਬੰਦੇ ਨੂੰ। ਇਸ ਲਈ ਗੁਰੂ ਬਾਬਾ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਆ ਬਾਣੀ ਰਚੀ, ਅਤੇ ਜਿਹੜੇ ਮੈਥਡਸ ਦਿੱਤੇ, ਮੈਥਡੋਲੋਜੀ ਅਡੋਪਟ ਕੀਤੀ, ਜਿਹੜਾ ਤਰੀਕੇਕਾਰਤਾ ਦਿੱਤੀ ਭਈ ਜਿਹਦੇ ਸਦਕਾ ਸਾਡੀ ਸਹੀ ਰੂਪ ਵਿੱਚ ਮਨੁੱਖਤਾ ਦੇ ਰੂਪ ਵਿੱਚ ਉਸਾਰੀ ਹੋ ਸਕਦੀ ਹੈ, ਉਹਦੇ ਅੰਦਰ ਜੋ ਸਾਨੂੰ ਧਰਮ ਕਰਮ ਕਰਨ ਲਈ ਦਿੱਤੇ ਨੇ ਉਹ ਆ ਨੇ ਜੋ ਇਹਨਾਂ ਸ਼ਬਦਾਂ 'ਚ ਆ ਰਹੇ ਨੇ। ਬਾਬਾ ਜੀ ਬਿਆਨ ਕਰਦੇ, ਜਿਸ ਇਸ਼ਟ ਦੀ ਮੈਂ ਪੂਜਾ ਕਰਦਾ ਹਾਂ, ਜਿਸ ਇਸ਼ਟ ਦੇ ਨਾਲ ਮੈਂ ਆਪਣੇ ਆਪ ਨੂੰ ਜੋੜ ਰਿਹਾ ਵਾਂ, ਜੋ ਰੱਬ ਆ ਜਿਹਦੀ ਆਸਥਾ ਦੇ ਵਿੱਚ ਜਾ ਕੇ ਜਿਹਨੂੰ ਮਿਲਣ ਵਾਸਤੇ ਗੁਰੂ ਮਹਾਰਾਜ ਕਹਿ ਰਹੇ ਨੇ ਵੀ ਤੇਰੇ ਜੀਵਨ ਦਾ ਅਸਲ ਪ੍ਰਯੋਜਨ, ਅਸਲ ਮਨੋਰਥ ਉਹ ਹੈ, ਅਲਟੀਮੇਟ ਪਰਪਸ ਹੀ ਲਾਈਫ ਦਾ ਇਹ ਹੈਗਾ। ਮਹਾਰਾਜ ਬਿਆਨ ਕਰਦੇ, ਉਹ ਰੱਬ ਜੀ ਕੈਸਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਬਹੁਤ ਮਿੱਠ ਬੋਲੜਾ ਹੈ। ਬੀਤੇ ਕੱਲ ਬਾਤ ਹੋਈ ਸੀ ਕਿ ਬੋਲਣ ਤੇ ਦੁਨੀਆ ਖੜੀ ਹੈ। ਬਾਣੀ ਕਹਿ ਰਹੀ ਹੈ, ਬੋਲਤ ਬੋਲਤ ਬੜ੍ਹੇ ਬੇਕਾਰਾ। ਬੰਦਾ ਬੋਲ ਬੋਲ ਕੇ ਵਕਾਰ ਵਧਾਉਂਦਾ ਆ, ਆਪਣੀ ਐਨਰਜੀ ਵੇਸਟ ਕਰਦਾ, ਆਲੇ ਦੁਆਲੇ ਦੇ ਵਿੱਚ ਉਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੰਦਾ ਜਿਹੜਾ ਨਰਕ ਦੇ ਬਰਾਬਰ ਹੋ ਜਾਂਦਾ ਹੈ। ਬੰਦਾ ਬੋਲ ਬੋਲ ਕੇ ਹੀ ਆਲੇ ਦੁਆਲੇ ਨੂੰ ਭਲਾ ਕਰ ਸਕਦਾ ਹੈ, ਚੰਗਾ ਕਰ ਸਕਦਾ ਹੈ, ਉਹਦੇ ਵਿੱਚ ਸੁਖਨੁਮਾ ਅਹਿਸਾਸ ਪੈਦਾ ਕਰ ਸਕਦਾ ਹੈ। ਸਾਹਿਬ ਬਿਆਨ ਕਰਦੇ, ਉਹ ਕਰਤਾਰ ਜਿਹਦੇ ਨਾਲ ਮੈਂ ਜੁੜਨਾ ਹੈ ਉਹ ਮੈਨੂੰ ਮਿੱਠ ਬੋਲੜਾ ਬਣਾਉਂਦਾ ਆ, ਮੈਨੂੰ ਇਹ ਚੀਜ਼ ਸਿਖਾਉਂਦਾ ਆ। ਜਿਹੋ ਜਿਹਾ ਅਕਸਰ ਗੱਲ ਹੋਈ ਹੈ ਕਿ ਜਿਹਦੇ ਨਾਲ ਦੋਸਤੀ ਲਗਾਉਣੀ ਹੋਏ ਉਹਦੇ ਵਰਗਾ ਹੋਣਾ ਪੈਂਦਾ, ਉਹਦੇ ਨਾਲ ਆਪਣੇ ਸੁਭਾਅ ਨੂੰ ਮੈਚ ਕਰਨਾ ਪੈਂਦਾ। ਜੇ ਉਹ ਮਿਸਮੈਚ ਹੋਏਗਾ, ਜਿਹਨੂੰ ਅਧਿਆਤਮੀ ਦੁਨੀਆ 'ਚ ਕਿਹਾ ਜਾਂਦਾ ਹੈ, ਸਜਾਤ ਮੇਲ ਹੁੰਦਾ ਹੈ, ਵਿਜਾਤ ਮੇਲ ਨਹੀਂ ਹੁੰਦਾ। ਜਿਹੜੀ ਸੁਜਾਤ ਚੀਜ਼ ਆ, ਇੱਕੋ ਸ਼੍ਰੇਣੀ 'ਚ ਜਾ ਕੇ ਖੜਦੀਆਂ ਨੇ ਚੀਜ਼ਾਂ, ਉਹਨਾਂ ਦਾ ਸੁਮੇਲ ਆ। ਰੱਬ ਦੇ ਵਿੱਚ ਆਹ ਗੁਣ ਨੇ, ਮੇਰੇ 'ਚ ਉਹ ਗੁਣ ਹੈ ਨਹੀਂ, ਮੈਂ ਕਿਵੇਂ ਦਾਅਵਾ ਕਰ ਸਕਦਾ ਮੈਂ ਉਹਦੇ ਦਰ 'ਤੇ ਪ੍ਰਵਾਨ ਪੈਣਾ ਆ? ਮੈਂ ਉਹਦਾ ਡਿਵੋਟੀ ਹਾਂ, ਮੈਂ ਉਹਦੇ ਨਾਲ ਆਪਣੀ ਡਿਵੋਸ਼ਨਲ ਸਾਈਡ ਤੋਂ ਰਿਲੇਸ਼ਨਸ਼ਿਪ ਰੱਖਦਾ ਹਾਂ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਮੇਰਾ ਰੱਬ, ਮੇਰਾ ਉਹ ਅਕਾਲ ਪੁਰਖ ਵਾਹਿਗੁਰੂ ਸੱਜਣ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਸੰਭਲ ਥੱਕੀ ਜੀ, ਬੜਾ ਸੰਭਲ ਕੇ, ਬੜਾ ਪਰਖ ਕੇ ਦੇਖਿਆ ਹੈ, ਬੜਾ ਕਲੋਜ਼ਲੀ ਫੋਲੋ ਕਰਕੇ ਦੇਖਿਆ, ਉਹ ਕਦੇ ਨਾ ਬੋਲਿਆ ਕੌੜਾ, ਉਹ ਕਦੀ ਕੌੜਾ ਨਹੀਂ ਬੋਲਦਾ। ਹੁਣ ਇਹਦੇ 'ਚ ਇਹ ਵੀ ਅਹਿਸਾਸ ਕਰ ਲਿਆ ਜਾਏ, ਅਸੀਂ ਧਰਤੀ 'ਤੇ ਰਹਿਣ ਵਾਲੇ ਲੋਕ ਜਜਮੈਂਟਲ ਹੋ ਜਾਂਦੇ ਹਾਂ ਬਹੁਤ ਜਲਦੀ, ਅਤੇ ਜਜਮੈਂਟ ਪਾਸ ਵੀ ਬੜੀ ਜਲਦੀ ਕਰਦੇ ਹਾਂ, ਆਲੇ ਦੁਆਲੇ ਨੂੰ ਜੱਜ ਕਰਕੇ, ਆਹ ਚੰਗਾ ਆ, ਮਾੜਾ ਆ, ਇਹਦੇ 'ਚ ਆਹ ਔਗਣ ਨੇ, ਇਹਦੇ 'ਚ ਆਹ ਖਾਮੀਆਂ ਨੇ, ਚਾਹ ਕਮੀਆਂ ਨੇ। ਗੁਰੂ ਮਹਾਰਾਜ ਨੇ ਬਿਆਨ ਕੀਤਾ, ਬੰਦੇ ਖਾਮੀਆਂ ਕਮੀਆਂ ਸਭ ਵਿੱਚ ਹੋਣਗੀਆਂ, ਕਿਉਂਕਿ ਭੁੱਲਾਂ ਮਨੁੱਖ ਦੇ ਸੁਭਾਅ ਦਾ ਇੱਕ ਲਾਜ਼ਮੀ ਪਾਰਟ ਆ। ਬੰਦੇ ਨੂੰ ਭੁੱਲਣ ਤੋਂ ਬਚਾਇਆ ਨਹੀਂ ਜਾ ਸਕਦਾ, ਭੁੱਲਾਂ ਤੇ ਹੋਣਗੀਆਂ। ਇਸੇ ਕਰਕੇ ਬਾਣੀ ਨੇ ਕਿਹਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜਿਹੜਾ ਬਿਲਕੁਲ ਭੁੱਲਦਾ ਨਹੀਂ ਉਹ ਰੱਬ ਜੀ ਆਪ ਹੀ ਹੈ। ਉਹਦੇ ਨਾਲ ਹੀ ਅਸੀਂ ਆਪਣੀ ਸਾਂਝ ਬਣਾਉਣੀ ਹੈ। ਬਾਕੀ ਸੰਸਾਰੀ ਤੌਰ 'ਤੇ ਜਦੋਂ ਮੈਂ ਰੱਬ ਨਾਲ ਸਾਂਝ ਬਣਾਉਣੀ, ਰੱਬ ਵਰਗਾ ਸੁਭਾਅ ਬਣਾਉਣ ਦਾ ਯਤਨ ਕੀਤਾ, ਅਤੇ ਉਹਦਾ ਸੁਭਾਅ ਇਹ ਹੈ, ਅਸੀਂ ਸਵਈਏ ਪੜ੍ਹਦੇ ਹਾਂ ਨਾ, ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀ ਮਨੰਗਾਰੈ ਪਛ ਪਸ਼ੂ ਨਗਨਾਦ ਨਰਾਦਬ ਸਰਬ ਸਮੈ ਸਭ ਕੋ ਪ੍ਰਤਿਪਾਲੈ ਪ੍ਰਤਿਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਕਿਆ ਦੀਨਾਂ ਤੇ ਤਰਸ ਕਰਨ ਵਾਲਾ ਅਕਾਲ ਪੁਰਖ, ਜਿਹਦੇ 'ਚ ਇਹ ਜਿਹਦੀ ਸੁਭਾਅ ਇਸ ਕਿਸਮ ਦਾ ਆ, ਉਹਦੇ ਸੁਭਾਅ ਦੀ ਖਾਸੀਅਤ ਆ ਦੋਖਨ ਦੇਖਤ ਹੈ। ਉਹ ਸਾਡੇ ਦੁੱਖਾਂ ਨੂੰ ਦੇਖਦਾ, ਪਰ ਦੋਖਣ ਦੇਖ ਕੇ ਆਪਣਾ ਸੁਭਾਅ ਨਹੀਂ ਬਦਲਦਾ। ਦੇਤ ਨਾ ਹਾਰੈ, ਕਿਸੇ ਦੇ ਕਮੀ ਨੂੰ ਦੇਖ ਕੇ, ਔਗਣ ਨੂੰ ਦੇਖ ਕੇ ਉਸ ਨੂੰ ਰਿਜ਼ਕ ਦੇਣ ਤੋਂ, ਉਸ ਨੂੰ
ਪ੍ਰਾਪਤੀ ਕਰਵਾਉਣ ਤੋਂ, ਉਹਨੂੰ ਕਿਸੇ ਕਿਸਮ ਦੀ ਅਚੀਵ ਕਰਨ ਤੋਂ ਨਹੀਂ ਰੋਕਦਾ। ਇਹ ਉਹਦੀ ਖਾਸੀਅਤ ਹੈ। ਉਹ ਅਣਡਿੱਠ ਕਰਨ ਵਾਲਾ ਆ, ਭਾਵ ਦੇਖਿਆ ਪਰ ਉਹਨੂੰ ਆਪਣੀ ਅੱਖਾਂ ਤੋਂ ਪਰੋਖੇ ਕਰ ਦਿੱਤਾ। ਇਹਦੇ ਉੱਤੇ ਸੂਫੀ ਸ਼ੇਖ ਸਾਦੀ ਨੇ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦਾ ਹੈ, ਰੱਬ ਦੇ ਸੁਭਾਅ ਨੂੰ ਸਮਝੋ। ਜੇ ਰੱਬ ਧਰਤੀ ਦੇ ਮਨੁੱਖਾਂ ਦਾ ਰਿਜ਼ਕ ਗੁਣਾਂ 'ਤੇ, ਚੰਗੀਆਂ ਆਦਤਾਂ 'ਤੇ, ਮਨੁੱਖ ਦੇ ਕਾਬਲ ਹੋਣ 'ਤੇ ਟਿਕਾ ਦਿੰਦਾ, ਧਰਤੀ ਦੇ ਉੱਤੋਂ ਔਗਣਾਂ ਨਾਲ ਭਰੇ ਹੋਏ ਲੋਕ ਕਦੇ ਦੇ ਐਲੀਮੀਨੇਟ ਹੋ ਗਏ ਹੁੰਦੇ। ਜੇ ਅੱਜ ਵੀ ਤੁਹਾਨੂੰ ਆਲੇ ਦੁਆਲੇ ਔਗਣਾਂ ਨਾਲ ਲਬਰੇਜ਼ ਲੋਕ ਵਧੀਆ ਤੋਂ ਵਧੀਆ ਜੀਵਨ ਜੀਂਦੇ ਹੋਏ ਪਦਾਰਥਕ ਤੌਰ 'ਤੇ, ਬਹਿਰੂਨੀ ਸੰਸਾਰੀ ਤੌਰ 'ਤੇ ਮਿਲਦੇ ਨੇ, ਮੰਨ ਕੇ ਚੱਲੋ ਉਹਦਾ ਰਿਜ਼ਕ ਦੇਣ ਦਾ ਤਰੀਕਾ ਕੁਝ ਆਪਣਾ ਹੈ। ਜੇ ਤੁਹਾਨੂੰ ਲੱਗਦਾ ਬੇਕਾਬਲ ਲੋਕ ਧਰਤੀ 'ਤੇ ਬੜਾ ਸੋਹਣਾ ਜ਼ਿੰਦਗੀ ਦਾ ਸਭ ਉਸ ਤਰੀਕੇ ਨਾਲ ਬਸਰ ਕਰ ਰਹੇ ਨੇ, ਕਹਿਣਾ ਪਏਗਾ ਉਹ ਰਿਜ਼ਕ ਦੇਣ ਲੱਗਿਆ ਕਾਬਲੀਅਤ ਜਾਂ ਬੇਕਾਬਲੀਅਤ ਨਹੀਂ ਦੇਖਦਾ। ਕਹਿਣਾ ਪਏਗਾ ਕਿ ਉਹਦਾ ਇਹ ਜਿਹੜਾ ਸੁਭਾਅ ਆ, ਜਿਹੜਾ ਬੰਦਾ ਕਹਿੰਦਾ ਹੈ ਮੈਂ ਰੱਬ ਨਾਲ ਐਸੋਸੀਏਸ਼ਨ ਬਣਾ ਰਿਹਾ ਵਾਂ, ਮੈਂ ਰੱਬ ਨੂੰ ਮੰਨਣ ਵਾਲਾ ਵਾਂ, ਬਾਣੀ ਕਹਿੰਦੀ ਉਹ ਚਾਹ ਚੀਜ਼ ਆਉਣੀ ਚਾਹੀਦੀ ਹੈ, ਕਿਉਂਕਿ ਉਹਦਾ ਸੁਭਾਅ ਉਹਦੇ ਵਰਗਾ ਹੋਣਾ ਚਾਹੀਦਾ। ਪੈਰ ਪੈਰ ਦੇ ਉੱਤੇ ਕੁੜੱਤਣ ਉਗਲਣੀ ਆਪਣੇ ਅੰਦਰੋਂ। ਕਈ ਵਾਰ ਬੰਦਾ ਚਲੋ ਮੂੰਹੋਂ ਬੋਲਣਾ ਤੇ ਹੈ ਹੀ, ਬੰਦਾ ਕੌੜਾ ਬੋਲਦਾ ਆ, ਪਰ ਕਈ ਵਾਰ ਮੂੰਹ ਅਜੇ ਬੋਲਦਾ ਨਹੀਂ, ਪਰ ਦਿਲ ਦੇ ਵਿੱਚ ਤੇ ਰੱਖਦਾ ਕਿੰਨਾ ਕਿੰਨਾ ਸਮਾਂ। ਆਖਰਕਾਰ ਜਦੋਂ ਵਕਤ ਬਣਦਾ ਉਦੋਂ ਉਗਲ ਦਿੰਦਾ ਆ। ਇੱਕ ਛੋਟਾ ਜਿਹਾ ਇਨਸੀਡੈਂਟ ਬਿਆਨ ਕਰਾਂ। ਜਿਹੜੇ ਲੋਕ ਸ਼ਾਹਮੂਲ ਦੇ ਨੇ, ਬਲੈਕ ਕਮਿਊਨਿਟੀ ਜਿਹਨੂੰ ਕਹਿੰਦੇ ਹਾਂ ਅਸੀਂ, ਇਹਨਾਂ ਨੇ ਬੜਾ ਸਫ਼ਰ ਕੀਤਾ ਆ। ਆਪ ਅਹਿਸਾਸ ਕਰੋ, ਨਾਰਥ ਅਮਰੀਕਾ ਮੋਸਟਲੀ ਇਹਨਾਂ ਦੀ ਸਲੇਵਰੀ ਦੇ ਨਾਲ ਬਿਲਡ ਹੋਇਆ ਆ। ਇਹਨਾਂ ਨੂੰ ਗੁਲਾਮ ਬਣਾ ਕੇ ਲਿਆਂਦਾ ਗਿਆ। ਜਿਸ ਦਿਨ ਬਰਾਕ ਓਬਾਮਾ ਵਾਈਟ ਹਾਊਸ ਦੇ ਵਿੱਚ ਗਿਆ, ਵਾਈਟ ਚਿੱਟਾ, ਮਤਲਬ ਡੋਮੀਨੇਸ਼ਨ ਹੈ ਜਿਨ੍ਹਾਂ ਦੀ, ਹਾਊਸ ਹੀ ਵਾਈਟ ਬਣਾਇਆ। ਕਿਉਂਕਿ ਅਲਟੀਮੇਟਲੀ ਭਾਵੇਂ ਕੰਟਰੀ ਆਪਣੇ ਆਪ ਨੂੰ ਲਿਬਰਟੀ ਦਾ ਸਟੈਚੂ ਲਗਾ ਕੇ, ਸਟੈਚੂ ਆਫ ਲਿਬਰਟੀ ਲਗਾ ਕੇ ਰਿਪਰੈਜ਼ੈਂਟੇਸ਼ਨ ਦਿੰਦੀ ਕਿ ਅਸੀਂ ਫਰੀਡਮ ਦੀ ਗੱਲ ਕਰਦੇ ਹਾਂ, ਤੇ ਫਰੀਡਮ ਕਿਹਦੇ ਤੋਂ? ਕਰਾਊਨ ਤੋਂ। ਕਰਾਊਨ ਖਾਸ ਕਰਕੇ ਬ੍ਰਿਟਿਸ਼ ਕਲੋਨੀ ਸੀ ਪਹਿਲਾਂ, ਉਹਦੇ ਤੋਂ ਗਿਆ। ਤੇ ਉਹਦਾ ਕਾਰਨ ਸਿਰਫ ਇਹੀ ਸੀਗਾ ਕਿ ਅਸੀਂ ਉਹਨਾਂ ਦੀ ਹੈਂਕੜ ਨਹੀਂ ਮੰਨਣੀ, ਟੈਕਸ ਨਹੀਂ ਦੇਣਾ, ਆਪਣੀ ਮਰਜ਼ੀ ਕਰਨੀ, ਆਪਣੇ ਤਰੀਕੇ ਦਾ ਨੇਸ਼ਨ ਬਿਲਡ ਕਰਾਂਗੇ। ਸੋ ਇਸ ਤਰੀਕੇ ਦੀ ਗੱਲ ਹੋਈ। ਪਰ ਇਹ ਕਿਹਾ ਜਾਏ ਲਿਬਰਟੀ ਫॉर एवरीवन, ਇਹ ਤਾਂ ਕਦੀ ਵੀ ਨਾ ਹੋਇਆ। ਇਹਦੇ ਬਾਰੇ ਤਾਂ ਫਿਰ ਬੜੀਆਂ ਮੂਵਮੈਂਟਸ ਚੱਲੀਆਂ, ਉਸ ਲੈਵਲ 'ਤੇ ਆਏ ਜਦੋਂ ਕਿਤੇ ਵੋਟਿੰਗ ਦਾ ਰਾਈਟ ਦਿੱਤਾ ਗਿਆ, ਜਦੋਂ ਸਾਰਾ ਕੁਝ। ਅਜੇ ਵੀ ਤੁਸੀਂ ਦੇਖੋਗੇ ਜਿਹੜਾ ਜਿਹਨੂੰ ਕਹਿ ਲਓ ਕਿ ਸੋਰਸਸ ਦੀ ਸ਼ੇਅਰਿੰਗ ਤੋਂ ਲੈ ਕੇ ਤੇ ਹਰ ਚੀਜ਼ ਦੇ ਵਿੱਚ ਅਜੇ ਤੁਸੀਂ ਦੇਖਦੇ ਹੋ ਬੜੀ ਲੈਕਿੰਗ ਹੈਗੀ ਹੈ, ਬੜੇ ਸਾਰੇ ਉਸ ਕਿਸਮ ਦੀ ਖਾਮੀਆਂ ਨੇ। ਬਲੈਕ ਲਾਈਵ ਮੈਟਰਸ ਇਸ ਸਮੇਂ ਦੇ ਵਿੱਚ ਮੂਵਮੈਂਟ ਚੱਲਦੀ ਹੈ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਇਸ ਰੂਪ ਦੇ ਵਿੱਚ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਇਸ ਸ਼ਾਹਮੂਲ ਦੇ ਲੋਕਾਂ ਵਾਸਤੇ ਕੁਝ ਵਰਡਸ ਯੂਜ਼ ਕੀਤੇ ਜਾਂਦੇ। ਇੱਕ ਵਰਡ ਸਪੈਸ਼ਲੀ ਜਿਹੜਾ ਅੱਜ ਕੱਲ੍ਹ ਪੋਲੀਟੀਕਲੀ ਇਨਕਰੈਕਟ ਹੈ, ਜਾਂ ਕਹਿ ਲਓ ਕਿ ਇਲੀਗਲ ਹੈ ਉਸਨੂੰ ਯੂਜ਼ ਕਰਨਾ, ਐਨ ਵਰਡ। ਮੈਂ ਮਾਫੀ ਚਾਹਾਂਗਾ, ਆਈ ਐਮ ਜਸਟ ਯੂਜ਼ਿੰਗ ਇਟ ਟੂ ਗਿਵ example over here, otherwise we should not use it, we cannot use it, is totally prohibition। ਲਫ਼ਜ਼ ਹੈ ਨੀਗਰੋ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਜਿਹਦੀ ਟਰਾਂਸਲੇਸ਼ਨ ਕਰਦੇ ਹਾਂ ਹਬਸ਼ੀ। ਆਪਨੇ ਦੇਖਿਆ ਹੋਵੇਗਾ ਕਈ ਵਾਰ ਪੰਜਾਬੀ ਲੋਕ ਇਸ ਕਿਸਮ ਦਾ ਵਰਡ ਯੂਜ਼ ਕਰ ਲੈਂਦੇ ਨੇ, ਪਰ ਐਕਚੁਅਲ ਲੈਵਲ ਤੇ ਮਨੁੱਖ ਨੂੰ ਮਨੁੱਖ ਤਸੱਵੁਰ ਕਰਨਾ। ਹੁਣ ਇਹ ਹੈ ਕਿ ਅਮਰੀਕਾ ਦੇ ਇੱਕ ਰੇਡੀਓ ਹੋਸਟ ਨੇ, ਇਹ ਪਿੱਛੇ ਕੁਝ ਸਾਲ ਪਹਿਲਾਂ ਦੀ ਗੱਲ ਹੈ, ਉਹਨੇ ਰੇਡੀਓ 'ਤੇ ਸ਼ੋਅ ਕਰਨ ਦੇ ਦੌਰਾਨ ਇਹ ਵਰਡ ਯੂਜ਼ ਕੀਤਾ ਤੇ ਉਸ ਤੋਂ ਬਾਅਦ ਰੌਲਾ ਪਿਆ। ਉਹਨੇ ਆਪਣੀ ਅਪੋਲੋਜੀ ਜਿਹੜੀ ਹੈ ਉਹ ਵੀ, ਆਈ ਐਮ ਸੌਰੀ, I wasn't aware when I used it, or my intention wasn't to hurt anybody, ਇਸ ਕਿਸਮ ਦੀ ਗੱਲ ਕੀਤੀ। ਇੱਕ ਬਲੈਕ ਕਮਿਊਨਿਟੀ ਦੇ ਵਿੱਚੋਂ ਲਾਇਰ, ਬੜੀ ਨਾਮਵਰ ਲਾਇਰ ਹੈ ਉਸਨੇ ਉਹਨੂੰ ਕੋਰਟ 'ਚ ਸੰਮਨ ਕਰ ਲਿਆ। ਆ ਗਿਆ ਉਹ ਕਹਿੰਦਾ ਗੱਲ ਹੀ ਕੁਛ ਨਹੀਂ, ਇਫ ਕੋਰਟ ਇਜ਼ ਐਕਚੁਅਲੀ
sending me some kind of summon, I will go there, I will present my case. ਉਹਨੇ ਕੋਰਟ ਜਾ ਕੇ ਵੀ ਭਾਈ ਮੈਂ ਅਪੋਲੋਜੀ ਉਦੋਂ ਵੀ ਪੇਸ਼ ਕੀਤੀ, ਹੁਣ ਵੀ ਰਿਟਨ ਵਿੱਚ ਵੀ ਦੇ ਰਿਹਾ ਵੀ ਪਲੀਜ਼ ਐਕਸੈਪਟ ਮਾਈ ਅਪੋਲੋਜੀ। ਉਹ ਕਹਿੰਦੀ ਫੋਰਗੇਟ ਅਬਾਊਟ ਅਪੋਲੋਜੀ, who care about what kind of apology are you presenting? I want you some sort of question or some sort of testimony. ਮੈਂ ਤੇਰੇ ਨਾਲ ਕੁਛ ਤੈਨੂੰ ਕੁਐਸਚਨਸ ਕਰਨੇ ਹੈਗੇ ਨੇ। ਠੀਕ ਹੈ ਜੀ, ਉਹਨੂੰ ਕਟਕਰੇ 'ਚ ਬੁਲਾ ਲਿਆ। ਉਹ ਕਹਿੰਦੀ ਹੈ ਮੈਨੂੰ ਇਹ ਦੱਸ ਵੀ ਇਹ ਵਰਡ ਜਿਹੜਾ ਹੈ ਐਨ ਵਰਡ, ਇਹ ਯੂਜ਼ ਤੇ ਤੂੰ ਕੀਤਾ ਫਲਾਂ ਦਿਨ ਰੇਡੀਓ ਦੇ ਉੱਤੇ, ਮਾਈਕ ਦੇ ਉੱਤੇ ਇਸ ਦਿਨ ਪ੍ਰੋਗਰਾਮ ਕਰਦਿਆ ਹੋਇਆ। ਉਹ ਕਹਿੰਦਾ ਹਾਂ ਠੀਕ ਹੈ। ਕਹਿੰਦੀ ਇਹ ਤਾਂ ਉਸ ਦਿਨ ਤੇਰੇ ਮੂੰਹ ਤੋਂ ਬਾਹਰ ਨਿਕਲਿਆ ਨਾ, ਇਹ ਦੱਸ ਇਹ ਵਰਡ ਆਪਣੇ ਜ਼ਹਿਨ ਵਿੱਚ, ਆਪਣੇ ਮਨ ਵਿੱਚ, ਆਪਣੇ ਮਾਈਂਡ ਵਿੱਚ ਕੈਰੀ ਕਦੋਂ ਦਾ ਕਰ ਰਿਹਾ, ਇਹ ਦੱਸ। ਦੈਟ ਇਜ਼ ਮਾਈ ਕੁਐਸਚਨ। ਹੁਣ ਉਹ ਬੜਾ ਭੱਜੇ ਸੱਜੇ ਖੱਬੇ। ਉਹ ਕਹਿੰਦੀ ਨਹੀਂ ਨਹੀਂ, ਦੇਖੋ ਬਾਣੀ ਦਾ ਬਚਨ ਪੜ੍ਹੋ ਤੁਸੀਂ। ਬਾਣੀ ਕਹਿੰਦੀ ਹੈ ਜੋ ਜੀ ਹੋਏ ਸੋ ਉਗਵੈ। ਚੀਜ਼ਾਂ ਐਵੇਂ ਨਹੀਂ ਆ ਜਾਂਦੀਆਂ। ਬੰਦਾ ਕਹਿੰਦਾ ਉਹ ਨਾ ਮੇਰੇ ਮੂੰਹ ਚੋਂ ਨਿਕਲ ਗਿਆ। ਉਹ ਭਲੇ ਬੰਦੇ, ਜਿਹੜੀ ਚੀਜ਼ ਬੀਜੀ ਨਹੀਂ ਮਿੱਟੀ ਦੇ ਵਿੱਚ, ਉਹ ਕਿਵੇਂ ਪੈਦਾ ਹੋ ਜਾਏਗੀ? ਇਹ ਕੁਦਰਤ ਦਾ ਨਿਯਮ ਹੈ, ਜਿਹਾ ਬੀਜੈ ਸੋ ਲੁਣਾ। ਜੇ ਮਿੱਟੀ 'ਚ ਬੀਜ ਬੀਜਿਆ ਹੀ ਨਹੀਂ, ਉੱਗੇਗਾ ਕਿਵੇਂ? ਉੱਗੇਗਾ ਉਦੋਂ ਜਦੋਂ ਬੀਜੋਗੇ। ਤੇ ਜਿਹੜੀ ਕੁੜੱਤਨ ਮੂੰਹ ਚੋਂ ਨਿਕਲਦੀ ਹੈ ਨਾ, ਇਹ ਇਕੱਲਾ ਮੂੰਹ ਕਾ ਕਹਿਆ ਵਾਓ ਨਹੀਂ ਹੈ, ਇਹ ਬੀਜਿਆ ਕਿਤੇ, ਜ਼ਹਿਨੀ ਤੌਰ ਤੇ ਸੋਚਿਆ ਕਿਤੇ, ਅੰਦਰ ਪਰਸੈਪਸ਼ਨ ਬਣੀ ਹੈ ਸਾਰੀ। ਮੂੰਹ ਨੇ ਤੇ ਇੱਕ ਦਿਨ ਸਿਰਫ ਉਸ ਦੀ ਪ੍ਰੈਜੈਂਟੇਸ਼ਨ ਦਿੱਤੀ ਹੈ। ਜਿਹੜਾ ਗੁਰੂ ਬਾਬਾ ਜੀ ਬਿਆਨ ਕਰਦੇ ਨਾ, ਇਹ ਸਿਰਫ ਐਵੇਂ ਛੋਟੀ ਗੱਲ ਨਹੀਂ ਹੈ, ਇਹ ਸਾਡੀ ਵੇ ਆਫ ਲਾਈਫ ਨੂੰ ਸ਼ੇਪ ਦੇ ਰਹੇ ਨੇ। ਮੈਂ ਕਹਿੰਦਾ I don't want to use bad words. I don't want to say bad. I don't want to actually present any bad language. ਭਾਈ ਇਹਦਾ ਸੋਰਸ ਤੇ ਤੇਰਾ ਮਾਈਂਡ ਹੈ, ਉਹਨੂੰ ਬਦਲ। ਮੈਂ ਮਿੱਠਾ ਬੋਲਣਾ ਚਾਹੁੰਦਾ, ਪਿਆਰਾ ਬੋਲਣਾ ਚਾਹੁੰਦਾ, ਚੰਗਾ ਬੋਲਣਾ ਚਾਹੁੰਦਾ, ਰਿਸਪੈਕਟ ਨਾਲ ਬੋਲਣਾ ਚਾਹੁੰਦਾ, ਮੇਰੀ ਬੋਲ ਬਾਣੀ ਦੇ ਵਿੱਚ ਲਿਆਕਤ ਹੋਏ, ਮੇਰੀ ਬੋਲ ਬਾਣੀ ਦੇ ਵਿੱਚ ਕਿਸੇ ਕਿਸਮ ਦਾ ਇੱਕ ਲੈਵਲ ਹੋਏ, ਇੱਕ ਉਸ ਡਿਗਨਿਟੀ ਨੂੰ ਮੈਂ ਪ੍ਰੈਜ਼ੈਂਟ ਕਰਨਾ ਚਾਹੁੰਦਾ ਸਾਰੀ ਚੀਜ਼ ਨੂੰ। ਭਾਈ ਮੂੰਹ ਤੇ ਸਿਰਫ ਵਾਹ ਆ, ਸਭ ਕੁਝ ਅੰਦਰੋਂ ਆ ਰਿਹਾ। ਅੰਦਰ ਨੂੰ ਬਦਲ। ਇਹ ਭਗਤੀ ਹੈ, ਇਹ ਬੰਦਗੀ ਹੈ, ਇਹ ਹੈ ਸੈਲਫ ਡਿਵੈਲਪਮੈਂਟ, ਜਿਹਨੂੰ ਭਗਤ ਫਰੀਦ ਜੀ ਨੇ ਕਿਹਾ ਸੀ ਨਾ, ਆਪ ਸਵਾਰੈ ਮੈਂ ਮਿਲਾਂ। ਰੱਬ ਮੇਰਾ ਰੂਪ ਹੈ, ਰੱਬ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ, ਉਹ ਕਿਤੇ ਬਾਹਰ ਨਹੀਂ, ਪਰ ਮੈਂ ਮਿਲਦਾ ਹੀ ਨਹੀਂ ਉਹਨੂੰ, ਮੇਰੀ ਸਾਂਝ ਹੀ ਨਹੀਂ ਉਹਦੇ ਨਾਲ। ਇੰਝ ਲੱਗਦਾ ਆ ਮੈਂ ਇਨਸਾਨ ਨਹੀਂ ਸ਼ੈਤਾਨ ਆ। ਤਾਂ ਲੋਕ ਕਹਿੰਦੇ ਨਹੀਂ ਨਹੀਂ ਤੂੰ ਇਨਸਾਨ ਨਹੀਂ ਭਗਵਾਨ ਹੈ। ਫਰਕ ਕਿੱਥੇ ਪੈ ਗਿਆ ਭਾਈ? ਬਾਣੀ ਇਹ ਕਹਿ ਰਹੀ ਹੈ, ਮਨ ਤੂੰ ਜੋਤ ਸਰੂਪ ਹੈ, ਤੂੰ ਹੈ ਡਿਵਾਈਨ ਲਾਈਟ, ਯੂ ਆਰ ਕਮਿੰਗ ਫਰੋਮ ਦੈਟ ਡਿਵਾਈਨ ਲੈਵਲ ਆਫ ਆਲਮਾਈਟੀ। ਮੈਨੂੰ ਲੱਗਦਾ ਮੈਂ ਤੇ ਨੇੜੇ ਤੇੜੇ ਵੀ ਨਹੀਂ ਹੈਗਾ। ਫਿਰ ਫਰਕ ਕਿੱਥੇ ਪੈ ਗਿਆ? ਬਾਬਾ ਜੀ ਕਹਿੰਦੇ ਮਨ ਦੀ ਦੁਨੀਆ ਦੇਖ, ਜੇ ਮਿੱਠ ਬੋਲੜਾ ਬਣਨਾ ਹੀ ਤੇ ਇਹ ਹਿਪੋਕ੍ਰੇਸੀ ਤੇ ਹੁੰਦੀ ਨਹੀਂ। ਇਹ ਤੇ ਹੈ ਨਹੀਂ ਵੀ ਤੁਸੀਂ 4 ਵਰਡ ਯਾਦ ਕਰ ਲਏ, ਮਿੱਠੇ ਮਿੱਠੇ ਪੋਲੇ ਪੋਲੇ ਬੋਲਣੇ ਤੇ ਬੋਲਣ ਲੱਗ ਗਏ। ਜਦੋਂ ਸਿਚੁਏਸ਼ਨ ਪਈ, ਜਿਹਨੂੰ ਸਾਹਿਬ ਕਹਿੰਦੇ ਹਉ ਸੰਭਲ ਥੱਕੀ ਜੀ, ਜਦੋਂ ਕਿਸੇ ਨੇ ਬੜਾ ਤਰੀਕੇ ਨਾਲ ਕਿਸੇ ਸਿਚੁਏਸ਼ਨ 'ਚ ਪਾਇਆ, ਫਿਰ ਪਤਾ ਲੱਗਾ ਵੀ ਓ ਹੋ ਹਾਂ, ਤੇ ਪੂਰੇ ਦਾ ਪੂਰਾ ਅੰਦਰੋਂ ਉਸ ਰੂਪ ਦੇ ਵਿੱਚ ਕਚਰਾ ਹੀ ਤੁਰਿਆ ਫਿਰਦਾ ਸਾਰਾ। ਸਾਹਿਬ ਕਹਿੰਦੇ ਇਹ ਮੈਂ ਉਹਨੂੰ ਪਰਖ ਕੇ ਦੇਖਿਆ, ਤੇ ਜੇ ਉਹਨੂੰ ਪਰਖ ਕੇ ਦੇਖਿਆ, ਭਾਵ ਜੇ ਕੋਈ ਤੈਨੂੰ ਵੀ ਪਰਖੇ, ਤੇ ਗੁਰੂ ਅਰਜਨ ਸਾਹਿਬ ਨੂੰ ਪਰਖਿਆ ਉਹਨਾਂ ਨੇ, ਬੜਾ ਜ਼ੋਰ ਲਾ ਕੇ ਪਰਖਿਆ। ਗੁਰੂ ਅਰਜਨ ਸਾਹਿਬ ਬਾਰੇ ਰਾਏ ਇਹ ਸੀਗੀ ਕਿ ਜੇ ਕੋਈ ਧਰਤੀ ਤੇ ਮੁਰਸ਼ਦ ਹੋ ਸਕਦਾ ਤੇ ਗੁਰੂ ਅਰਜਨ ਸਾਹਿਬ ਵਰਗਾ ਹੋ ਸਕਦਾ। ਸਭ ਲਈ ਪਿਆਰ ਹੈ, ਸਭ ਲਈ ਸਤਿਕਾਰ ਹੈ, ਸਭ ਲਈ ਸਨੇਹ ਹੈ। ਇਹ ਗੁਰੂ ਅਰਜਨ ਸਾਹਿਬ ਦੇ ਬੋਲ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਹੀ ਸਾਡੇ ਮਿੱਤਰ ਨੇ, ਸਾਰੇ ਹੀ ਸਾਡੇ ਸੱਜਣ ਨੇ। ਭਾਈ ਇਹ ਗੁਰੂ ਕੀ ਬਾਣੀ ਨੇ ਕਿਹਾ, ਮੰਦਾ ਕਿਸੇ ਨਾ ਆਖ ਝਗੜਾ ਪਾਵਨਾ, ਕਿਸੇ ਨੂੰ ਮਾੜਾ ਕਹਿਣਾ ਹੀ ਨਹੀਂ। ਉਹਨਾਂ ਕਿਹਾ ਕੋਈ ਨਾ ਟੈਸਟ ਕਰਦੇ ਆ। ਟੈਸਟ ਕਿਵੇਂ ਕਰਾਂਗੇ?
ਟੈਸਟ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਨੂੰ ਅਰੈਸਟ ਕੀਤਾ ਗਿਆ, ਲਾਹੌਰ ਲਿਆਂਦਾ ਗਿਆ। ਮਤਲਬ ਸਾਈਂ ਮੀਆਂ ਮੀਰ ਵਾਰ-ਵਾਰ ਇਹੀ ਕਹਿ ਰਿਹਾ ਹੈ, ਓਏ ਬਾਦਸ਼ਾਹ, ਓਏ ਹਾਕਮ ਜ਼ਮਾਤ, ਇਹ ਦੱਸੋ ਇਹਦਾ ਗੁਨਾਹ ਕੀ ਹੈ? ਗੁਨਾਹ ਤੇ ਕੋਈ ਸਾਬਤ ਕਰੋ ਨਾ ਪਹਿਲਾਂ। ਸਜ਼ਾ ਤੇ ਤਾਂ ਮਿਲਦੀ ਜੇ ਕੋਈ ਆਖਰਕਾਰ ਹੋਏ ਤੇ ਪਤਾ ਤੇ ਲੱਗੇ। ਜਿਹਨੂੰ ਸਾਡੇ ਮਸਕੀਨ ਜੀ ਕਿਆ ਕਰਦੇ ਹੁੰਦੇ ਸੀ, ਉਹ ਕਹਿੰਦੇ ਸੀਗੇ ਗੁਨਾਹਗਾਰਾਂ ਦੀ ਦੁਨੀਆ ਦੇ ਵਿੱਚ ਬੇਗੁਨਾਹ ਹੋਣਾ ਸਭ ਤੋਂ ਵੱਡਾ ਗੁਨਾਹ ਹੈ। ਜਿੱਥੇ ਸਾਰੇ ਲੋਕ ਪਾਪ ਦੀ ਬਿਰਤੀ ਨਾਲ ਭਰ ਕੇ ਤੁਰੇ ਫਿਰਦੇ ਹੋਣ, ਉੱਥੇ ਕੋਈ ਪਵਿੱਤਰ ਰੂਹ ਬਣ ਕੇ ਤੁਰੇ, ਇਹ ਤੇ ਬੜਾ ਵੱਡਾ ਗੁਨਾਹ ਆ। ਉਹਨਾਂ ਨੂੰ ਤੇ ਬੜੀ ਉਹਦੇ ਸਾਹਮਣੇ ਜਲਾਲਤ ਫੀਲ ਹੋਏਗੀ। ਉਹ ਬੜਾ ਆਪਣੇ ਆਪ ਨੂੰ ਬੜੀ ਹੇਠੀ ਮਹਿਸੂਸ ਕਰਨਗੇ, ਬੜਾ ਇਨਫੀਰੀਅਰ ਫੀਲ ਕਰਨਗੇ। ਸੋ ਤੇ ਜਿੰਦਾ ਨਹੀਂ ਰਹਿਣ ਦੇਣਗੇ ਉਹਨੂੰ। ਜਿਸ ਰੂਪ ਵਿੱਚ ਬਾਤ ਆਈ, ਖੈਰ ਡਿਊਟੀ ਲਾਈ ਗਈ ਮੁਰਤਜ਼ਾ ਖਾਨ ਦੀ, ਚੰਦੂ ਦੀ। ਗੁਰੂ ਅਰਜਨ ਸਾਹਿਬ ਦੀ ਜਿਹੜੀ ਇਮੇਜ ਆ ਨਾ, ਦੇਖੋ ਫਿਜ਼ੀਕਲ ਅਸੈਸੀਨੇਸ਼ਨ ਇਜ਼ ਨਥਿੰਗ। ਸਿੱਖੀ 'ਚ ਫਿਰ ਸ਼ਹਾਦਤ ਦਾ ਜ਼ਿਕਰ ਹੀ ਨਹੀਂ ਸੀ ਹੋਣਾ। ਇੱਕ ਦਿਨ ਤੇ ਬੰਦੇ ਨੇ ਜਾਣਾ ਆ, ਕੋਈ ਕੁਦਰਤੀ ਰੀਜ਼ਨ ਬਣ ਜਾਏ, ਤੁਸੀਂ ਜਿੰਨਾ ਮਰਜ਼ੀ ਇਸ ਤਨ ਨੂੰ ਸੰਭਾਲ ਲਓ, ਜੋ ਮਰਜ਼ੀ ਕਰ ਲਓ, ਅਲਟੀਮੇਟਲੀ ਤੇ ਇੱਕ ਸਮਾਂ ਆਉਣਾ, ਐਕਸਪਾਇਰੀ ਡੇਟ ਹੈ ਇਹਦੀ। ਐਵਰੀਥਿੰਗ ਇਜ਼ ਗੋਨਾ ਐਕਸਪਾਇਰਡ। ਕਿਡਨੀਆਂ ਫੇਲ ਹੋ ਜਾਣਗੀਆਂ, ਲਿਵਰ ਕੰਮ ਕਰਨਾ ਬੰਦ ਕਰ ਦੇਗਾ, ਹਾਰਟ ਆਰਟਰੀਜ਼ ਬਲੌਕ ਹੋ ਜਾਣਗੀਆਂ, ਸਭ ਇਹ ਮਦਰ ਨੇਚਰ ਦਾ ਲਾਅ ਆ। ਤੁਸੀਂ ਇਸ ਮਸ਼ੀਨ ਨੂੰ ਚੱਲਦੀ ਰੱਖੋ, ਠੀਕ ਰੱਖੋ, ਤੁਹਾਡੀ ਡਿਊਟੀ ਹੈ। ਪਰ ਨਾਲ ਦੀ ਨਾਲ ਇਸ ਮਸ਼ੀਨ ਨਾਲ ਕੰਮ ਕਿਹੜੇ ਕਰਨੇ ਨੇ, ਇਹਦਾ ਤੇ ਫੋਕਸ ਕਰੋ। ਨਿਰਾਏ ਨਹੀਂ ਨਾ, ਜਿਹਨੂੰ ਸਾਹਿਬ ਨੇ ਕਿਹਾ ਤਨ ਧਨ ਜੇ ਤੋ ਕੋ ਦਿਓ ਤਾਂ ਸਿਓ ਨੇਹ ਨਾ ਕੀਨ। ਜਿਹਨੇ ਤਨ ਦਿੱਤਾ, ਜਿਹਨੇ ਧਨ ਦਿੱਤਾ, ਬੰਦੇ ਦਾ ਸਮਾਂ ਕਹਿੰਦੇ ਟਾਈਮ ਨਹੀਂ ਹੈਗਾ। ਭਾਈ ਸਾਹਿਬ ਕਿਹੜੀ ਗੱਲ ਕਰਦੇ ਹੋ? ਆਈ ਡੋਂਟ ਹੈਵ ਐਨੀ ਟਾਈਮ ਟੂ ਡੂ ਐਨੀ ਕਾਈਂਡ ਆਫ ਪਾਰਟ, ਟੂ ਪਾਰਟੀਸਪੇਟ ਇਨ ਸੰਗਤ। ਨੋ ਆਈ ਕੈਨ ਨੋਟ ਡੂ। ਭਾਈ ਟਾਈਮ ਤੇ ਸਾਰਿਆਂ ਕੋਲ ਇੱਕੋ ਜਿਹੀ 24 ਘੰਟੇ ਮਿਲਦੇ ਹਰ ਰੋਜ਼। ਤੇਰਾ ਟਾਈਮ ਕਿੱਥੇ ਜਾਂਦਾ? ਟਾਈਮ ਇੱਥੇ ਜਾਂਦਾ ਤਨ ਨੂੰ ਪਲੋਸਦਿਆਂ। ਇਹਨੂੰ ਪਲੋਸਦਿਆਂ ਹੀ ਬੰਦਾ ਟਾਈਮ ਕੱਢ ਦਿੰਦਾ ਸਾਰਾ। ਭਾਈ ਸੰਭਾਲੋ, ਕੇਅਰ ਕਰੋ, ਪਰ ਇਹਦੇ ਨਾਲ ਕੰਮ ਵੀ ਕਰੋ। ਕੋਈ ਉਹ ਕੰਮ ਕਰੋ ਜਿਹੜਾ ਆਲਾ ਉਹ ਮਦਾਇਆ। ਇਹਦੇ 'ਚ ਸਾਰਾ ਸਮਾਂ ਲਗਾਤਾ ਇਸ ਰੂਪ ਦੇ ਵਿੱਚ। ਖੈਰ ਇਸ ਸਰੀਰ ਨੂੰ ਚੰਗੇ ਪਾਸੇ ਤੋਰਦਿਆਂ, ਚੰਗੇ ਰਾਹ ਤੇ ਅਸੂਲਾਂ ਤੇ ਪਹਿਰਾ ਦਿੰਦਿਆਂ, ਕਈ ਵਾਰੀ ਸਰੀਰ ਨੂੰ ਲੋਕ ਮਾਰ ਵੀ ਦਿੰਦੇ ਨੇ। ਸ਼ਹਾਦਤ ਹੀ ਹੁੰਦੀ ਨਾ, ਕੋਈ ਪਹਿਰਾ ਦਿੰਦਾ ਕਿਸੇ ਡਿਸਿਪਲਨ ਦੇ ਉੱਤੇ, ਦੂਜਾ ਕਹਿੰਦਾ ਨੋ ਇਫ ਯੂ ਆਰ ਗੋਨਾ ਫੋਲੋ ਦਿਸ ਪਾਥ ਆਮ ਗੋਨਾ ਕਿਲ ਯੂ। ਸਾਡੇ ਬਹੁਤ ਸਾਰੇ ਬਜ਼ੁਰਗਾਂ ਨੇ ਵੱਡਾ ਹਿੱਸਾ, ਲੱਖਾਂ ਦੇ ਲੱਖ, ਉਹਨਾਂ ਕਿਹਾ ਕੋਈ ਗੱਲ ਨਹੀਂ, ਵੀ ਰੈਡੀ, ਤੁਸੀਂ ਸਾਨੂੰ ਮਾਰ ਸਕਦੇ ਹੋ, ਪਰ ਸਾਡੇ ਅੰਦਰ ਵਸੇ ਉਸ ਬਚਨ ਨੂੰ, ਉਸ ਸਕੂਲ ਆਫ ਥਾਟ ਨੂੰ ਸਾਡੇ ਤੋਂ ਜੁਦਾ ਨਹੀਂ ਕਰ ਸਕਦੇ। ਗੁਰ ਕਾ ਬਚਨ ਬਸੈ ਜੀ ਨਾਲ ਹੈ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਜਲ। ਉਹ ਜਿਹੜਾ ਬਚਨ ਸਾਡੇ ਅੰਦਰ ਵਸ ਗਿਆ, ਉਹ ਸਾਡੀ ਜਾਨ ਦੇ ਨਾਲ ਹੀ ਜਾਏਗਾ। ਤੇ ਤੁਸੀਂ ਜਾਨ ਕੱਢ ਲੋਗੇ, ਬਚਨ ਥੋੜਾ ਮਰ ਜਾਏਗਾ, ਬਚਨ ਤੇ ਹੋਰ ਫੈਲੇਗਾ। ਇਸ ਕਰਕੇ ਉਹਨਾਂ ਕਿਹਾ ਗੁਰੂ ਅਰਜਨ ਸਾਹਿਬ ਦਾ ਨਾ ਫਿਜ਼ੀਕਲ ਅਸੈਸੀਨੇਸ਼ਨ ਤੋਂ ਪਹਿਲਾਂ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਏ। ਇਹਨਾਂ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹਨਾਂ ਨੂੰ ਥੱਲੇ ਲਿਆਂਦਾ ਜਾਏ। ਇਹ ਬੜਾ ਜ਼ਰੂਰੀ ਹੁੰਦਾ। ਅਦਰਵਾਈਜ਼ ਇਹ ਤੇ ਸ਼ਹੀਦ ਬਣ ਜਾਣਗੇ, ਲੋਕੀ ਤੇ ਪੂਜਣਗੇ ਇਹਨਾਂ ਨੂੰ। ਫਿਰ ਕੀ ਕੀਤਾ ਜਾਏ? ਇਹਨਾਂ ਦਾ ਜਿਹੜਾ ਇਮੇਜ ਆ ਉਹ ਇਹ ਹੈ ਕਿ ਲੋਕ ਇਹਨਾਂ ਨੂੰ ਕਹਿੰਦੇ ਨੇ ਇਹ ਬਹੁਤ ਪੈਗੰਬਰੀ ਰੂਹ ਹੈ, ਰੱਬੀ ਰੂਹ ਹੈ, ਇਹਦਾ ਰੱਬ ਵਰਗਾ ਤਸੱਵੁਰ ਹੈ ਇਹਨਾਂ ਦਾ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਨਾਂ ਨੂੰ ਵੇਖ ਕੇ ਬ੍ਰਹਮ ਨਜ਼ਰ ਆਉਂਦਾ। ਇਹ ਤੇ ਪਾਰ ਬ੍ਰਹਮ ਦੀ ਸੁਰਤ ਰਿਫਲੈਕਟ ਕਰਦੇ ਨੇ। ਇਹ ਤੇ ਕਿਸੇ ਨੂੰ ਮਾੜਾ ਬੇਗਾਨਾ ਸਮਝਦੇ ਨੇ, ਸਭ ਵਿੱਚ ਆਪਣਤ ਲੈ ਕੇ ਆਉਂਦੇ ਨੇ। ਕਿਉਂ ਨਾ ਇਹ ਕੰਮ ਕੀਤਾ ਜਾਏ? ਇਹਨਾਂ ਦੀ ਪਾਵਨ ਪਾਕ ਜ਼ਬਾਨ ਤੋਂ ਜਿੱਥੋਂ ਲੋਕ ਰੱਬੀ ਬਾਣੀ ਸੁਣਦੇ, ਬਚਨ ਸੁਣਦੇ, ਉੱਥੋਂ ਕੁਝ ਕੌੜੇ ਬਚਨ ਸੁਣਵਾਏ ਜਾਣ। ਇਹ 2-4 ਗਾਲਾਂ ਹੀ ਕੱਢਣ ਘੱਟ ਤੋਂ ਘੱਟ ਮੁਰਤਜ਼ਾ ਖਾਨ ਨੂੰ। ਜਹਾਂਗੀਰ ਨੂੰ ਇੰਨਾ ਕਹਿਣ ਵੀ ਜਹਾਂਗੀਰ ਤੇਰਾ ਰਹੇ ਕੱਖ ਨਾ, ਤੈਨੂੰ ਦੋਜ਼ਖ 'ਚ ਥਾਂ ਨਾ ਮਿਲੇ, ਤੂੰ ਨਰਕ ਦਾ ਭਾਗੀ ਬਣੇ, ਤੂੰ ਫਕੀਰ ਰੂਹ ਨੂੰ ਇਹਨਾਂ ਤੰਗ ਕਰ ਰਿਹਾ, ਮੇਰਾ ਤਾਂ ਕਸੂਰ ਹੀ ਕੋਈ ਨਹੀਂ। ਇਸ ਰੂਪ ਵਿੱਚ ਬਾਤ ਕਹਿਣ। ਇਹਦੇ ਵਾਸਤੇ ਕੀ ਕੀਤਾ? ਉਹਨਾਂ ਨੂੰ ਸਿਚੁਏਸ਼ਨ 'ਚ ਪਾਇਆ। ਕਿਹੜੀ ਸਿਚੁਏਸ਼ਨ ਦੇ ਵਿੱਚ? ਹਿਸਟੋਰੀਕਲੀ ਜੇ ਤੁਹਾਨੂੰ ਇੱਕ ਬਾਤ, ਛੋਟਾ ਜਿਹਾ ਘਟਨਾਕ੍ਰਮ ਬਿਆਨ ਕਰਾਂ ਤੇ ਉਹਦੇ 'ਚ ਹੋਇਆ ਇਹ ਕਿ ਚੰਦੂ ਜਿਉਂ ਲੱਗਾ ਤਸੀਹੇ ਦੇਣ ਗੁਰੂ ਅਰਜਨ ਸਾਹਿਬ ਨੂੰ। ਸਵੇਰ ਤੋਂ ਸ਼ਾਮ ਪੈ ਗਈ, ਪਰ ਗੁਰੂ ਅਰਜਨ ਸਾਹਿਬ ਦੀ ਪਾਵਨ ਪਾਕ ਜ਼ਬਾਨ ਤੋਂ ਇੱਕ ਲਫ਼ਜ਼ ਤੋਂ ਬਿਨਾਂ ਕੁਛ ਹੋਰ ਨਿਕਲ ਹੀ ਨਹੀਂ ਰਿਹਾ। ਉਹ ਜਿੰਨਾ ਮਰਜ਼ੀ
ਤਰੱਦਦ ਕਰ ਲੈਣ, ਤਸ਼ੱਦਦ ਕਰ ਲੈਣ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਤੇਰਾ ਕੀਆ ਮੀਠਾ ਲੱਗਾ, ਤੇਰਾ ਕੀਆ ਮੀਠਾ ਲੱਗਾ। ਅਖੀਰ ਖਪ ਗਿਆ, ਖਪਿਆ ਹੋਇਆ ਆਪਣੀ ਉਸ ਹਵੇਲੀ ਦੇ ਵਿੱਚ, ਵੱਡੀ ਹਵੇਲੀ 'ਚ ਬਾਹਰ ਤਸੀਹੇ ਦੇ ਰਿਹਾ, ਉੱਥੋਂ ਆਪਣੇ ਘਰ ਦੇ ਅੰਦਰ ਗਿਆ। ਅੱਗੋਂ ਉਹਦੀ ਵਾਈਫ ਜਿਹੜੀ ਹੈ, ਜਿਵੇਂ ਆਮ ਕਰਕੇ ਉਸ ਵਕਤ ਦਾ ਰਹਿਣ ਸਹਿਣ ਸੀ ਲੋਕਾਂ ਦਾ, ਉਸਨੇ ਟੋਪੀ ਦੀ ਤਰ੍ਹਾਂ ਬਣਾ ਕੇ ਕੱਪੜਾ ਪੱਗ ਸਿਰ 'ਤੇ ਬੰਨੀ ਹੈ, ਮਾਵਾ ਲਾ ਕੇ, ਅਤੇ ਉਹ ਜਦੋਂ ਘਰ ਦੇ 'ਚ ਐਂਟਰ ਕਰਦਾ, ਕੱਪੜੇ ਵਗੈਰਾ ਉਹ ਬਾਹਰੋਂ ਵਾਲੇ ਉਤਾਰਦਾ, ਅਤੇ ਉਹ ਖਾਸ ਕਰਕੇ ਸਿਰ ਤੋਂ ਲਾ ਕੇ ਇਸ ਤਰੀਕੇ ਨਾਲ ਪੱਗ ਆਪਣੀ ਵਾਈਫ ਦੇ ਹੱਥਾਂ 'ਤੇ ਰੱਖਦਾ, ਅਤੇ ਉਹ ਚੱਕ ਕੇ ਅਲਮਾਰੀ ਵਗੈਰਾ 'ਚ ਰੱਖ ਦਿੰਦੀ। ਉਹਨੇ ਹੱਥ ਕੀਤੇ ਨੇ ਅੱਗੇ, ਅਤੇ ਉੱਪਰ ਸਿਰ ਦੇ ਉੱਤੋਂ ਨੇ ਆਪਣੀ ਇਸ ਤਰੀਕੇ ਨਾਲ ਮਾਵਾ ਲੱਗੀ ਪੱਗ ਲਾਈ ਹੈ, ਅਤੇ ਉਹ ਲਾ ਕੇ ਉਹਦੇ ਹੱਥਾਂ 'ਤੇ ਨਹੀਂ ਰੱਖ ਰਿਹਾ ਨਾ, ਬਲਕਿ ਹੋਇਆ ਕੀ ਹੈ ਕਿ ਉਹ ਪੱਗ ਨੂੰ ਫੜ ਕੇ ਮਰੋੜ ਰਿਹਾ ਪੁੱਠਾ ਸਿੱਧਾ। ਉਹ ਵਾਈਫ ਕਹਿੰਦੀ ਕੀ ਹੋਇਆ? ਕਹਿੰਦਾ ਹੋਣਾ ਕੀ ਹੈ, ਸਵੇਰ ਤੋਂ ਸ਼ਾਮ ਪੈ ਗਈ ਹੈ, ਅਰਜਨ ਨੂੰ ਤਪਾ ਰਹੇ ਆ, ਉਹਨੂੰ ਇੰਨਾ ਜ਼ਿਆਦਾ ਤਸ਼ੱਦਦ ਕਰ ਰਹੇ ਆ ਵੀ ਕੁਛ ਤੇ ਮਾੜਾ ਬੋਲੇ, ਹੱਦ ਹੋ ਗਈ, ਇੱਕ ਲਫ਼ਜ਼ ਵੀ ਨਹੀਂ ਮਾੜਾ ਬੋਲ ਰਿਹਾ। ਹੁਣ ਜਿਹਨੂੰ ਤਪਾਣਾ ਚਾਹ ਰਹੇ ਨੇ ਉਹ ਸ਼ੀਤਲ ਬੈਠਾ, ਜਿਹੜੇ ਤਪਾਉਣ ਤੇ ਲੱਗੇ ਨੇ ਉਹ ਤਪੇ ਪਏ ਨੇ, ਉਹਨਾਂ ਦੀ ਹਾਲਤ ਕੋਈ ਵੀ ਇੰਨੀ ਪਤਲੀ ਹੋ ਗਈ ਹੈ। ਇਹ ਹੈ ਜੀ, ਜੈਸੇ ਮਰਜ਼ੀ ਹਾਲਾਤ ਹੋਣ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਦੇਖੋ ਨਾ, ਸਭ ਕੁਝ ਲੱਗਾ ਖਤਮ ਹੋ ਗਿਆ। ਅਨੰਦਪੁਰ ਸਾਹਿਬ ਚਲਾ ਗਿਆ, ਪੁੱਤ ਸ਼ਹੀਦ ਹੋ ਗਏ, ਸਿੱਖ ਸ਼ਹੀਦ ਹੋ ਗਏ, ਮਾਛੀਵਾੜੇ ਦੇ ਜੰਗਲ 'ਚ, ਬਿਆਬਾਨ 'ਚ, ਨਾ ਪੈਰਾਂ ਦੇ 'ਚ ਜੋੜਾ ਆ, ਨਾ ਕੋਲ ਉਹ ਨੀਲਾ ਘੋੜਾ ਆ, ਕੋਈ ਉਸ ਕਿਸਮ ਦਾ ਰੂਪ ਹੈ ਹੀ ਨਹੀਂ ਜਿਹੜਾ ਗੁਰੂ ਮਹਾਰਾਜ ਕੋਲ ਹਮੇਸ਼ਾ ਰਿਹਾ। ਤੇ ਟਿੰਡ ਦਾ ਸਹਾਰਾ ਲੈ ਕੇ, ਮਤਲਬ ਖੂਹ ਦੀ ਮਾਣ ਦੇ ਕੋਲ ਇਸ ਤਰੀਕੇ ਨਾਲ ਬੇਬਾਕ ਸੁੱਤੇ ਨੇ। ਜਦੋਂ ਆ ਕੇ ਭਾਈ ਦਇਆ ਸਿੰਘ ਹਰੀ ਕੋਲ ਬੈਠਦੇ ਨੇ, ਨਜ਼ਰ ਅੱਖ ਖੁੱਲ੍ਹਦੀ ਹੈ, ਤੇ ਡੈਫੀਨੇਟਲੀ ਪੁੱਛਿਆ ਹੋਣਾ, ਮਹਾਰਾਜ ਕੀ ਹਾਲ ਹੈ? ਅਸੀਂ ਆਮ ਪੁੱਛ ਲੈਂਦੇ ਹਾਂ ਨਾ ਕਿਸੇ ਨੂੰ, ਹਾਊ ਆਰ ਯੂ? ਤੇ ਉੱਥੇ ਖਿਆਲ ਦੇ ਵਿੱਚ ਸਾਡਾ ਲਿਟਰੇਚਰ ਇੱਕ ਬਚਨ ਲਿਖਦਾ ਆ, ਹੁਣ ਖਿਆਲ ਦੇ ਰਹੇ ਨੇ ਆਪਣਾ ਅੰਦਰ ਦਾ ਖਿਆਲ ਠਾਠ ਹੈ ਜਿਹਦੇ 'ਚ ਇਹ ਲਿਟਰੇਚਰ ਦਾ ਬਚਨ ਲਿਖਿਆ ਗਿਆ। ਕਹਿੰਦੇ ਤੁਸੀਂ ਤੇ ਕੀ, ਜੇ ਮੇਰਾ ਕਰਤਾਰ ਵੀ ਆ ਕੇ ਮੈਨੂੰ ਪੁੱਛੇ ਵੀ ਕੀ ਹਾਲ ਹੈ, ਤੇ ਮੈਂ ਹਾਲ ਸੁਣਾਉਣ ਲਈ ਤਿਆਰ ਹਾਂ। ਫਿਰ ਉੱਥੇ ਹਾਲ ਲਿਖਦੇ ਨੇ ਆਪਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਿਆਲੀ ਰਾਤਾਂ ਦੇ 'ਚ ਸਭ ਤੋਂ ਵੱਡੀ ਲੋੜ ਕਿਹਦੀ ਹੁੰਦੀ ਹੈ? ਨਿੱਘ ਦੀ, ਕਿਤੇ ਬਿਸਤਰਾ ਮਿਲ ਜਾਏ ਨਿੱਘਾ। ਜ਼ਿਕਰ ਆਇਆ, ਤੁਝ ਬਿਨ ਰੋਗ ਰਜਾਈਆਂ ਦਾ ਓੜਨ। ਮਤਲਬ ਇਹ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ। ਇਹੀ ਸ਼ਿਕਾਇਤ ਸ਼ਿਕਵਾ ਅਲਟੀਮੇਟਲੀ ਲੌਂਗ ਰਨ ਦੇ ਵਿੱਚ ਉਹ ਪਹਿਲਾਂ ਬੀਜ ਹੁੰਦੇ ਨੇ, ਜਦੋਂ ਅਸੀਂ ਲਗਾਤਾਰ ਜ਼ਹਿਨੀ ਤੌਰ ਤੇ ਬੀਜੀ ਜਾਂਦੇ ਹਾਂ, ਫਿਰ ਕੁੜੱਤਣ ਬਣਦੀ ਹੈ, ਤੇ ਕੁੜੱਤਣ ਫਿਰ ਬੰਦੇ ਦੇ ਮੂੰਹ ਚੋਂ ਨਿਕਲਦੀ ਹੈ। ਇਹੀ ਹੈ, ਕੌੜੇ ਲਫ਼ਜ਼ ਜਿਹੜੇ ਹੁੰਦੇ ਨੇ, ਲਫ਼ਜ਼ ਨਹੀਂ ਹੁੰਦੇ, ਸਾਡੇ ਅੰਦਰ ਨੂੰ ਪੋਰਟਰੇਟ ਕਰਦੇ ਨੇ ਅਸਲ ਦੇ ਵਿੱਚ। ਗੁਰੂ ਬਾਬਾ ਜੀ ਬਿਆਨ ਕਰਦੇ, ਬੀਇੰਗ ਏ ਸਿੱਖ ਹੋਂ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੌਰਾ। ਰੱਬ ਦੇ ਨੇੜੇ ਆ ਜਾਓ, ਰੱਬ ਵਰਗਾ ਸੁਭਾਅ ਬਣਾ ਲਓ। ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ। ਉਹ ਭਗਵਾਨ ਹੁੰਦਾ ਹੀ ਪੂਰਾ ਉਦੋਂ ਹੈ ਜਦੋਂ ਉਹਦੇ 'ਚ ਆ ਗੁਣ ਆਉਂਦਾ। ਜਿਹੜਾ ਭਗਵਾਨ ਨਾਲ ਪੂਰੇ ਨਾਲ ਜੁੜ ਰਿਹਾ, ਉਹਦੇ ਵਿੱਚ ਵੀ ਪੂਰਨਤਾ ਆਉਣੀ ਚਾਹੀਦੀ ਹੈ, ਅਦਰਵਾਈਜ਼ ਫਿਰ ਤੇ ਕਮੀ ਰਹਿ ਜਾਏਗੀ ਨਾ। ਜੇ ਉਹਦੇ ਨਾਲ ਜੁੜ ਰਹੇ ਹੋ, ਫਿਰ ਆਹ ਰਿਫਲੈਕਸ਼ਨ ਹੋਏ ਤੁਹਾਡੇ ਵਿੱਚੋਂ, ਪੂਰਨ ਭਗਵਾਨ ਹੈ। ਔਗਣ ਕੋ ਨਾ ਚਿਤਾਰੈ, ਜਦੋਂ ਉਹ ਇੰਨਾ ਮਾਫ ਕਰਨ ਵਾਲਾ ਹੈ, ਸਭ ਦੇ ਔਗਣ ਵੇਖ ਕੇ ਉਹਨਾਂ ਨੂੰ ਅੱਖਾਂ ਤੋਂ ਪਰੋਖੇ ਕਰ ਦਿੰਦਾ ਹੈ। ਅਸੀਂ ਕਿਉਂ ਜਜਮੈਂਟਲ ਬਣ ਜਾਂਦੇ ਹਾਂ? ਅਸੀਂ ਕਿਉਂ ਸੰਸਾਰ ਦੇ ਵਿੱਚ ਜੱਜ ਕਰਕੇ ਰੋਜ਼ ਸਟੇਟਮੈਂਟਸ ਪਾਸ ਕਰਦੇ ਹਾਂ? ਬੰਦਾ ਕਈ ਵਾਰ ਕਹਿੰਦਾ ਨਾ ਵੀ ਮੈਂ ਕਿਹੜਾ ਗਲਤ ਕਹਿ ਰਿਹਾ, ਮੈਂ ਤੇ ਆਹ ਚੀਜ਼ ਭਾਈ ਕੌੜਾ ਬੋਲ ਰਿਹਾ। ਕਿਉਂ ਬੋਲ ਰਿਹਾ? ਉਹ ਕਿਸੇ ਦੇ ਔਗਣਾਂ ਨੂੰ ਤਾਂ ਲਗਾਤਾਰ ਉਸ ਰੂਪ ਦੇ ਵਿੱਚ ਰਿਫਲੈਕਟ ਕਰਨ ਦੀ ਟਰਾਈ ਕਰ ਰਿਹਾ ਹੈਗਾ। ਮਿੱਠਤ, ਸਨੇਹ, ਖਲੂਸ, ਮੁਹੱਬਤ, ਜਿਹਦੀ ਮੈਂ ਗੱਲ ਕਰ ਰਹੀ ਸੀ, ਫੋਰਗਿਵਨੈਸ। ਦੇਖੋ ਅੱਜ ਜਿਸ ਸਮੇਂ 'ਚ ਅਸੀਂ ਲੰਘ ਰਹੇ ਹਾਂ ਨਾ, ਪੈਂਡੈਮਿਕ ਤੇ
कोविड-19 की चर्चा कर रहे लोग, एक्चुअली रियल पेंडेमिक विच इज़ which we are actually which we are going through with that pandemic, that is relationship dealing. पूरी दुनिया दे विच जिहड़ी फैमिली लाइफ है क्राइसिस चों लंघ रही है, इहदा वड्डा कारण जिहड़ा आ रहा हैगा ਜਿਹਨੂੰ ਅਸੀਂ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਕਹਿੰਦੇ ਆ, if we really want to actually take this relationship on a higher level, we need some sort of basic humanities civic virtues, such as ਪਹਿਲੀ ਚੀਜ਼ forgiveness. ਇਹ ਥੋੜਾ ਵੀ ਜੀਵਨ 'ਚ ਵਿਚਰਦਿਆਂ ਹੋਇਆਂ ਭੁੱਲਾਂ ਨਹੀਂ ਹੋਣਗੀਆਂ, ਗਲਤੀਆਂ ਨਹੀਂ ਹੋਣਗੀਆਂ, ਹੋਣਗੀਆਂ ਭਾਈ, पर की है माड़ी मोटी किते गलती हो ही नहीं, एक कोलों दूजे ने फड़ ली, दूजे ने फिर इंतजार किया ये कोलों होण दिओ मैं फड़दा हाँ, बस फिर जदों माड़ी जी किते गल हुई राइट वे उत्थे ही पहुंच गए, तू किवें कह सकदा तू दुध दा तो पिया है, बस हो गया काम शुरू। मतलब उही चीज जिहड़ी है वार वार पिन पॉइंट ते आई जाएगी, फिर दोबारा होर नरक की हुंदा है। गुरु महाराज कहंदे औगण को ना चितारे, कोई चीज हुई वो जो सुरत च पकड़ी नहीं, चेते च रही नहीं, भुल गए, कदी हुई होएगी। जे रब जी एवें चेते रखे भी तू आ भी किया सच है, सवेर तो शाम तक पुन्ना वाला पलड़ा तो बिल्कुल खाली हुंदा, पाप वाला ही पलड़ा भरिया हुंदा बंदे दा, बंदे नूं तो शाम तक फाहे ला दे, उह तो किहड़ा कोई चीज़ विसरी है, वो तो मतलब उस वक्त ही वो माफ करने वाला है। अगला बचन है पतित पावन हर बिरध सदाए, वो पतिता नूं पावन करता है, उसका सुभाव है, एक तिल नहीं पन्ना है कल है। हाँ जे कोई चंगे राह ते तुरे, ये सच्चाई है, माड़े नूं चतारदा नहीं, चंगे नूं तुरोगे वो भुलदा नहीं, ये खासियत है। वडियाई अच्छाई वो कर पुगदी है जाके, घट घट वासी सर्ब निवासी नेरा ही ते नेरा। वो कहते किथे रब, सब कहते नेरे ही ते नेरा। किन्ना नेड़े कहाँ, जिन्ना कहाँ उन्ना ही थोड़ा है, बल्कि उस तो भी नेड़े आते, नेरे ही ते नेरा। नानक दास दा शरणागत हर अमृत सज्जन मेरा, ये नानक ही कहे मैं उसकी शरण पैना, वह दास बनता हाँ। हर अमृत सज्जन मेरा, जिहड़ा सज्जन अमृत का भंडार है। असीं सवैयां च पढ़ते हैं अमृत प्रवाह सर, रब का नाम ते रब अमृत सरोवर है, ਉਹਦੇ ਵਿੱਚ ਨਹਾਣਾ ਸਿੱਖ ਬੰਦੇ ਜੇ ਇਸ਼ਨਾਨ ਕਰੇਗਾ ਨਾ ਉਹਦੇ ਵਿੱਚ, ਬਾਹਰਲੇ ਪਾਣੀ ਦੇ ਸੋਮੇ ਤੇ ਬੜਾ ਨਹਾਉਂਦੇ ਆ, ਕਦੀ ਉਹਦੇ ਚੁੱਭਾ ਲਾ ਕੇ ਦੇਖ, ਉਹਦੇ ਨਾਮ ਅੰਮ੍ਰਿਤ ਦੇ ਵਿੱਚ, ਉਹ ਅੰਮ੍ਰਿਤ ਐਸਾ ਤੈਨੂੰ ਅੰਮ੍ਰਿਤ ਬਣਾ ਦੇਗਾ, ਤੇਰੇ ਜੀਵਨ ਨੂੰ ਅੰਮ੍ਰਿਤਮਈ ਕਰ ਦੇਗਾ। ਸਾਹਿਬ ਰਹਿਮਤ ਕਰਨੇ ਨਾਲ ਵੀ ਵਾਕਿਆ ਜੋ ਸਾਨੂੰ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ, ਇੰਨੀਆਂ ਕੁ ਬੇਨਤੀਆਂ ਨਾਲ ਹੀ ਖਿਮਾਵਾਂ ਚਾਹਾਂਗਾ। ਕਰਸਾਨੀ ਲਈ ਜੂਝ ਰਹੇ ਹੋ ਮਾਈ ਭਾਈ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ, ਉਹਦੀ ਅਰਦਾਸ ਹੈ। सब प्रेम कहना जी। वाहिगुरु जी का खालसा, वाहिगुरु जी की फतेह।